ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਬਹੁਤ ਦਿਨਾਂ ਦੇ ਬਾਅਦ ਅੱਜ ਸ਼ਕੁੰਤਲਾ ਜੀ ਨੇ ਬਹੁਤ ਖੁਸ਼ ਹੋ ਕੇ ਸੁੱਕੇ ਮੇਵੇ ਪਾ ਕੇ ਆਪਣੇ ਬੇਟੇ ਆਕਾਸ਼ ਦੀ ਨੌਕਰੀ ਲੱਗਣ ਦੀ ਖੁਸ਼ੀ ਵਿੱਚ ਹਲਵਾ ਬਣਾਇਆ ਸੀ, ਕਿਉਂਕਿ ਉਸ ਦੀ ਇੰਨੀ ਔਕਾਤ ਨਹੀਂ ਸੀ ਕਿ ਉਹ ਹਮੇਸ਼ਾ ਨਵੇਂ-ਨਵੇਂ ਪਕਵਾਨ ਬਣਾ ਕੇ ਖਾਂਦੇ ਜਾਂ ਹਲਵਾ ਪੂਰੀ ਬਣਾਉਂਦੇ, ਕਿਉਂਕਿ ਉਹਨਾਂ ਦੇ ਕੋਲ ਜੋ ਕੁਝ ਵੀ ਸੀ ਉਹ ਸਭ ਆਕਾਸ਼ ਦੀ ਪੜ੍ਹਾਈ ਵਿੱਚ ਲੱਗ ਚੁੱਕਿਆ ਸੀ। ਫਿਰ ਵੀ ਆਕਾਸ਼ ਦੇ ਪਿਤਾ ਜੀ ਨੇ ਆਪਣੇ ਇਕਲੌਤੇ ਬੇਟੇ ਆਕਾਸ਼ ਨੂੰ ਹਮੇਸ਼ਾ ਆਤਮ ਸਨਮਾਨ ਨਾਲ ਜਿਉਣ ਦੀ ਸਿੱਖਿਆ ਦਿੱਤੀ ਸੀ। ਉੱਥੇ ਹੀ ਉਸ ਦੀ ਮਾਂ ਸ਼ਕੁੰਤਲਾ ਜੀ ਨੇ ਵੀ ਉਸ ਨੂੰ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਆਪਣੇ ਹੱਕ ਦੀ ਰੁੱਖੀ ਸੁੱਖੀ ਰੋਟੀ ਬਹੁਤ ਵਧੀਆ ਲੱਗਦੀ ਆ। ਜੇਕਰ ਕਿਸੇ ਦੇ ਅਹਿਸਾਨ ਹੇਠਾਂ ਦੱਬ ਕੇ ਗੁਲਾਮੀ ਦਾ ਮਾਲ ਪੂੜਾ ਵੀ ਜ਼ਹਿਰ ਦੇ ਸਮਾਨ ਹੁੰਦਾ। ਜਦੋਂ ਤੱਕ ਆਕਾਸ਼ ਦੀ ਨੌਕਰੀ ਨਹੀਂ ਲੱਗੀ ਸੀ ਤਾਂ ਉਹ ਆਪਣੇ ਮਾਤਾ ਪਿਤਾ ਦੇ ਹਰ ਕਹੇ ਨੂੰ ਪੱਥਰ ਦੀ ਲਕੀਰ ਦੀ ਤਰ੍ਹਾਂ ਮੰਨਦਾ ਸੀ। ਆਪਣੇ ਪ੍ਰਤੀ ਪਿਆਰ ਭਰਿਆ ਵਿਵਹਾਰ ਪਾ ਕੇ ਉਸ ਦੇ ਮਾਤਾ ਪਿਤਾ ਫੁੱਲੇ ਨਹੀਂ ਸਮਾਉਂਦੇ ਸੀ। ਪਰ ਸਮੇਂ ਦਾ ਚੱਕਰ ਅਜਿਹਾ ਘੁੰਮਿਆ ਕਿ ਆਕਾਸ਼ ਨੂੰ ਨਾ ਜਾਣੇ ਦੌਲਤ ਦੀ ਅਜਿਹੀ ਭੁੱਖ ਲੱਗੀ ਕਿ ਦੌਲਤ ਦੇ ਨਸ਼ੇ ਦੇ ਅੱਗੇ ਉਸ ਨੂੰ ਨਾ ਹੀ ਆਪਣੇ ਮਾਤਾ ਪਿਤਾ ਦੀ ਸਿੱਖਿਆ ਯਾਦ ਰਹੀ ਤੇ ਨਾ ਹੀ ਆਪਣੇ ਮਾਤਾ ਪਿਤਾ ਦਾ ਆਤਮ ਸਨਮਾਨ ਯਾਦ ਰਿਹਾ, ਅਤੇ ਉਸ ਦਾ ਪਾਲਾ ਅਜਿਹੀ ਅਮੀਰਜ਼ਾਦੀ ਕੁੜੀ ਨਾਲ ਪਿਆ ਕਿ ਉਸ ਨੇ ਆਪਣੇ ਮਾਤਾ ਪਿਤਾ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਦੇ ਲਈ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ। ਹੁਣ ਅਸ਼ੋਕ ਜੀ ਅਤੇ ਸ਼ਕੁੰਤਲਾ ਜੀ ਦਾ ਜੀਵਨ ਬਹੁਤ ਹੀ ਕਸ਼ਟ ਵਿੱਚ ਹੋ ਗਿਆ ਸੀ। ਸਮੇਂ ਦੇ ਨਾਲ-ਨਾਲ ਦੋਨੋਂ ਪਤੀ ਪਤਨੀ ਬਹੁਤ ਹੀ ਕਮਜ਼ੋਰ ਹੋ ਗਏ ਸੀ। ਸ਼ਕੁੰਤਲਾ ਜੀ ਤਾਂ ਚਿੰਤਾ ਦੇ ਕਾਰਨ ਇੰਨੇ ਬਿਮਾਰ ਰਹਿਣ ਲੱਗੇ ਕਿ ਉਸ ਦੀ ਸਥਿਤੀ ਚੱਲਣ ਫਿਰਨ ਦੇ ਲਾਇਕ ਵੀ ਨਹੀਂ ਸੀ। ਇੱਕ ਦਿਨ ਅਸ਼ੋਕ ਜੀ ਫਟੇ ਪੁਰਾਣੇ ਕੱਪੜਿਆਂ ਵਿੱਚ ਮੰਦਰ ਦੇ ਬਾਹਰ ਆਪਣੀ ਪਤਨੀ ਦੀ ਲਾਸ਼ ਨੂੰ ਆਪਣੀ ਪਿੱਠ ਉੱਤੇ ਲੱਦ ਕੇ ਭੀਖ ਮੰਗ ਰਹੇ ਸੀ ਅਤੇ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਹਿੰਦੇ ਜਾ ਰਹੇ ਸੀ ਕਿ ਬਾਊ ਜੀ, ਕੋਈ ਤਾਂ ਮਦਦ ਕਰ ਦਿਓ, ਮੇਰੀ ਪਤਨੀ ਦਾ ਕਿਰਿਆਕਰਮ ਕਰਨਾ। ਕਦੇ ਆਤਮ ਸਨਮਾਨ ਨਾਲ ਜਿਉਣ ਵਾਲੇ ਅਸ਼ੋਕ ਜੀ ਆਪਣੀ ਇੱਜ਼ਤ ਨੂੰ ਦਾਅ ਉੱਤੇ ਲਗਾਈ ਹੱਥ ਵਿੱਚ ਕਟੋਰਾ ਲੈ ਕੇ ਮੰਦਰ ਦੇ ਬਾਹਰ ਮਦਦ ਲਈ ਭੀਖ ਮੰਗਦੇ ਸੀ। ਅਸ਼ੋਕ ਜੀ ਸਭ ਦੇ ਸਾਹਮਣੇ ਉੱਚੀ-ਉੱਚੀ ਰੋ ਰਹੇ ਸੀ ਤੇ ਖੁਦ ਨੂੰ ਕੋਸ ਰਹੇ ਸੀ ਕਿ ਹੇ ਰੱਬਾ, ਕਿਸੇ ਵੀ ਬਜ਼ੁਰਗ ਨੂੰ ਇੰਨਾ ਲਾਚਾਰ ਨਾ ਕਰੀਂ ਕਿ ਉਹ ਖੁਦ ਹੀ ਲਾਚਾਰੀ ਅਤੇ ਬੇਬਸੀ ਦੇ ਕਾਰਨ ਆਪਣੀ ਪਤਨੀ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦਮ ਤੋੜਦਾ ਹੋਇਆ ਦੇਖ ਸਕੇ, ਕਿਉਂਕਿ 1 ਮਹੀਨੇ ਤੋਂ ਬਿਮਾਰ ਉਹਨਾਂ ਦੀ ਪਤਨੀ ਨੂੰ ਦਵਾਈ ਤਾਂ ਦੂਰ 2 ਵਕਤ ਦਾ ਖਾਣਾ ਵੀ ਨਹੀਂ ਖਵਾ ਸਕੇ ਸੀ। ਅਸ਼ੋਕ ਜੀ ਪੂਰੇ ਦਿਨ ਭੀਖ ਮੰਗ ਕੇ ਆਉਂਦੇ, ਜੋ ਕੁਝ ਮਿਲਦਾ ਆਪਣੀ ਪਤਨੀ ਨੂੰ ਖਵਾ ਦਿੰਦੇ ਅਤੇ ਬਿਮਾਰੀ ਦੇ ਚੱਲਦੇ ਇੱਕ ਦਿਨ ਉਹ ਇਸ ਦੁਨੀਆ ਤੋਂ ਚੱਲ ਬਸੀ। ਅੱਜ ਇਹ ਉਹੀ ਦਿਨ ਸੀ ਜਦੋਂ ਅਸ਼ੋਕ ਜੀ ਮੰਦਰ ਦੇ ਬਾਹਰ ਭੀਖ ਮੰਗ ਰਹੇ ਸੀ ਪਤਨੀ ਦੇ ਅੰਤਿਮ ਸੰਸਕਾਰ ਦੇ ਲਈ, ਪਰ ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਵਿਚਾਰੇ ਅਸ਼ੋਕ ਜੀ ਪਤਨੀ ਦੀ ਕਿਰਿਆਕਰਮ ਦੇ ਲਈ 2 ਦਿਨਾਂ ਤੋਂ ਲੋਕਾਂ ਤੋਂ ਭੀਖ ਮੰਗ ਕੇ ਪੈਸਾ ਇਕੱਠਾ ਕਰਨ ਵਿੱਚ ਲੱਗੇ ਹੋਏ ਸੀ ਕਿ ਜੇ ਕੋਈ ਵੀ ਨੇਕ ਦਿਲ ਇਨਸਾਨ ਉਸ ਦੀ ਇਸ ਹਾਲਤ ਨੂੰ ਦੇਖ ਲਵੇ ਤਾਂ ਉਸ ਦਾ ਕਲੇਜਾ ਫਟ ਕੇ ਬਾਹਰ ਆ ਜਾਂਦਾ। ਅਸ਼ੋਕ ਜੀ ਭਿੱਜੀਆਂ ਹੋਈਆਂ ਅੱਖਾਂ ਨਾਲ ਬਾਹਰ ਖੜ੍ਹੇ ਆਪਣੀ ਜੇਬ ਵਿੱਚ ਪਏ ਹੋਏ ਥੋੜ੍ਹੇ ਜਿਹੇ ਪੈਸਿਆਂ ਨੂੰ ਦੇਖ ਕੇ ਸੋਚਦੇ ਆ ਕਿ ਇਸ ਨਾਲ ਕੀ ਹੋਵੇਗਾ। ਇੰਨੇ ਕੁ ਪੈਸਿਆਂ ਨਾਲ ਕਿਵੇਂ ਮੈਂ ਆਪਣੀ ਪਤਨੀ ਸ਼ਕੁੰਤਲਾ ਜੀ ਦਾ ਅੰਤਿਮ ਸੰਸਕਾਰ ਕਰੂੰਗਾ। ਪਰ ਮੌਸਮ ਖਰਾਬ ਆ, ਮੈਨੂੰ ਸ਼ਕੁੰਤਲਾ ਜੀ ਨੂੰ ਸੁਰੱਖਿਅਤ ਰੱਖਣਾ ਹੀ ਪਵੇਗਾ। ਇਹ ਸੋਚਦੇ ਹੋਏ ਵਾਰ-ਵਾਰ ਮੰਦਰ ਵੱਲ ਅੰਦਰ ਜਾਂਦੇ ਲੋਕਾਂ ਦੇ ਅੱਗੇ ਹੱਥ ਫੈਲਾ ਕੇ ਭੀਖ ਮੰਗਦੇ। ਅੱਜ ਫਿਰ ਤੋਂ ਇਸ ਹਨੇਰੀ ਅਤੇ ਝੱਖੜ ਨੇ ਉਹਨਾਂ ਨੂੰ ਉਹ ਦਿਨ ਯਾਦ ਦਿਵਾ ਦਿੱਤਾ ਜਦੋਂ ਤੇਜ਼ ਮੀਂਹ ਹਨੇਰੀ ਨਾਲ ਤਰਪਾਲ ਦੇ ਇੱਕ ਹਿੱਸੇ ਨੂੰ ਫੜ ਕੇ ਬੰਨ੍ਹਣ ਦੀ ਅਸਫਲ ਕੋਸ਼ਿਸ਼ ਕਰਦੇ। ਅਸ਼ੋਕ ਜੀ ਕਾਫੀ ਭਿੱਜ ਚੁੱਕੇ ਸੀ। ਇਹੀ ਤਾਂ ਸਿਰ ਲੁਕਾਉਣ ਦੀ ਇੱਕ ਜਗ੍ਹਾ ਸੀ ਉਹਨਾਂ ਦੋਹਾਂ ਦੇ ਕੋਲ। ਉਸ ਨੂੰ ਵੀ ਹਨੇਰੀ ਉਡਾ ਕੇ ਲੈ ਜਾ ਰਹੀ ਸੀ ਤਾਂ ਉਸ ਦੀ ਨਜ਼ਰ ਜ਼ਮੀਨ ਉੱਤੇ ਪਈ ਤਾਂ ਮੱਥਾ ਫੜ ਲਿਆ, ਕਿਉਂਕਿ ਉਹਨਾਂ ਦਾ ਬਿਸਤਰਾ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਚੁੱਕਿਆ ਸੀ। ਅੰਦਰ ਬਿਮਾਰ ਪਤਨੀ ਪਈ ਸੀ ਜਿਸ ਨੂੰ ਹੁਣ ਤੱਕ ਉਹ ਭਿੱਜਣ ਤੋਂ ਬਚਾ ਰਹੇ ਸੀ, ਪਰ ਹੁਣ ਉਹਨਾਂ ਨੂੰ ਤਰਪਾਲ ਨਹੀਂ ਬਚਾ ਸਕਦਾ ਸੀ, ਕਿਉਂਕਿ ਪਾਣੀ ਧਰਤੀ ਉੱਤੇ ਬਹੁਤ ਜ਼ਿਆਦਾ ਭਰ ਗਿਆ ਸੀ ਤੇ ਅਸਮਾਨੀ ਆਫਤ ਵੀ ਜੰਮ ਕੇ ਬਰਸ ਰਹੀ ਸੀ। ਉਹਨਾਂ ਨੇ ਜਲਦੀ ਨਾਲ ਆਪਣਾ ਬਿਸਤਰਾ ਪਾਸੇ ਕੀਤਾ ਤੇ ਪਤਨੀ ਨੂੰ ਮੋਢੇ ਉੱਤੇ ਲੈ ਕੇ ਭੱਜ ਨਿਕਲੇ। ਸਿਰ ਛੁਪਾਉਣ ਦੀ ਜਗ੍ਹਾ ਚਾਹੀਦੀ ਸੀ। ਭੱਜਦੇ ਹਸਪਤਾਲ ਵਿੱਚ ਪਹੁੰਚ ਗਏ ਤੇ ਬੈਂਚ 'ਤੇ ਬੈਠ ਗਏ। ਉਹਨਾਂ ਦੀ ਭਿਖਾਰੀ ਵਰਗੀ ਹਾਲਤ ਦੇਖ ਕੇ ਚੌਕੀਦਾਰ ਭਟਕਣ ਲੱਗਿਆ ਕਿ ਉਹ ਬੁੱਢੇ, ਇੱਥੇ ਕੀ ਕਰ ਰਹੇ ਹੋ, ਨਿਕਲੋ ਇੱਥੋਂ।
ਇਹ ਕੋਈ ਧਰਮਸ਼ਾਲਾ ਨਹੀਂ, ਹਸਪਤਾਲ ਆ ਹਸਪਤਾਲ। ਚੌਂਕੀਦਾਰ ਦੀਆਂ ਝਿੜਕਾਂ ਨਾਲ ਉਹਨਾਂ ਨੂੰ ਅਪਮਾਨਿਤ ਮਹਿਸੂਸ ਹੋ ਰਿਹਾ ਸੀ, ਪਰ ਉਹ ਹਾਲਾਤਾਂ ਤੋਂ ਮਜਬੂਰ ਸੀ ਤੇ ਉੱਪਰ ਤੋਂ ਮੀਂਹ ਦੇ ਕਾਰਨ ਪੈਰ ਬਾਹਰ ਰੱਖਣ ਨੂੰ ਦਿਲ ਨਹੀਂ ਕਰਦਾ ਸੀ। ਅਸ਼ੋਕ ਜੀ ਹੱਥ ਜੋੜ ਕੇ ਬੋਲੇ, ਸਾਹਿਬ ਥੋੜ੍ਹੀ ਜਿਹੀ ਜਗ੍ਹਾ ਦੇ ਦਿਓ, ਮੈਂ ਆਪਣੀ ਬਿਮਾਰ ਪਤਨੀ ਨੂੰ ਲੈ ਕੇ ਕਿੱਥੇ ਜਾਵਾਂਗਾ। ਜਿਸ ਉੱਤੇ ਚੌਂਕੀਦਾਰ ਨੇ ਉਸ ਨੂੰ ਧੋਖਾ ਦੇ ਕੇ ਕੱਢ ਦਿੱਤਾ। ਉਹਨਾਂ ਨੇ ਚੌਂਕੀਦਾਰ ਅੱਗੇ ਹੱਥ ਜੋੜ ਕੇ ਪ੍ਰਾਰਥਨਾ ਵੀ ਕੀਤੀ ਕਿ ਮੀਂਹ ਰੁਕਣ ਤੱਕ ਇੱਥੇ ਬੈਠਣ ਦਿਓ, ਮੇਰੇ ਕੋਲ ਕੋਈ ਟਿਕਾਣਾ ਨਹੀਂ, ਬਸ ਅਸੀਂ ਇੱਕ ਕੋਨੇ 'ਚ ਬੈਠ ਜਾਵਾਂਗੇ, ਬਸ ਥੋੜ੍ਹੀ ਦੇਰ ਦੀ ਗੱਲ ਆ। ਚੌਂਕੀਦਾਰ ਨੇ ਇਸ ਵਾਰ ਅੱਖਾਂ ਕੱਢਦੇ ਹੋਏ ਕਿਹਾ ਕਿ ਇਸ ਤਰ੍ਹਾਂ ਤਾਂ ਤੈਨੂੰ ਦੇਖ ਕੇ ਕਿੰਨੇ ਹੀ ਭਿਖਾਰੀ ਇੱਥੇ ਜਮ੍ਹਾਂ ਹੋ ਜਾਣਗੇ। ਚੌਂਕੀਦਾਰ ਨੇ ਡੰਡਾ ਚੁੱਕਿਆ ਤੇ ਕਿਹਾ, ਭੱਜਦੇ ਹੋ ਕਿ ਨਹੀਂ। ਅਸ਼ੋਕ ਜੀ ਬਾਹਰ ਮੀਂਹ ਦੇ ਵੱਲ ਦੇਖਣ ਲੱਗੇ ਤੇ ਫਿਰ ਇੱਕ ਨਜ਼ਰ ਚੌਂਕੀਦਾਰ ਦੇ ਵੱਲ ਦੇਖਿਆ। ਅਸ਼ੋਕ ਜੀ ਨੇ ਮਜਬੂਰਨ ਕਦਮ ਵਧਾ ਦਿੱਤੇ, ਲੇਕਿਨ ਕਿਸੇ ਨੇ ਉਸ ਦਾ ਹੱਥ ਫੜ ਕੇ ਪਿੱਛੇ ਖਿੱਚ ਲਿਆ ਤੇ ਬੇਹੱਦ ਕੜਕ ਆਵਾਜ਼ ਗੂੰਜੀ, ਮੋਹਨ ਲਾਲ, ਕੀ ਤੇਰੇ ਘਰ 'ਚ ਬਜ਼ੁਰਗ ਨਹੀਂ? ਕੀ ਤੇਰੇ ਪਿਤਾ ਹੁੰਦੇ ਤਾਂ ਕੀ ਤੂੰ ਇਸ ਤਰ੍ਹਾਂ ਕਰਦਾ? ਜਾਂ ਕੋਈ ਤੇਰੇ ਨਾਲ ਇਸ ਤਰ੍ਹਾਂ ਕਰੇ ਤਾਂ ਤੈਨੂੰ ਕਿਵੇਂ ਲੱਗੇਗਾ? ਚੌਂਕੀਦਾਰ ਸਾਹਮਣੇ ਚੇਅਰਮੈਨ ਸਾਹਿਬ ਨੂੰ ਦੇਖ ਕੇ ਡਰ ਗਿਆ ਤੇ ਬੋਲਿਆ, ਸਾਹਿਬ ਇੱਧਰ ਅਜਿਹੇ ਲੋਕਾਂ ਨੂੰ ਆਉਣਾ ਮਨਾ, ਫਿਰ ਮੈਨੂੰ ਵੀ ਤਾਂ ਝਿੜਕਾਂ ਪੈਂਦੀਆਂ। ਹਲਕੀ ਜਿਹੀ ਆਵਾਜ਼ ਵਿੱਚ ਸਿਰ ਝੁਕਾ ਕੇ ਉਸਨੇ ਇਸ ਤਰ੍ਹਾਂ ਕਿਹਾ ਤਾਂ ਚੇਅਰਮੈਨ ਸਾਹਿਬ ਥੋੜ੍ਹਾ ਨਰਮ ਪੈ ਗਏ ਤੇ ਬੋਲੇ, ਬਾਬਾ ਤੁਸੀਂ ਇੱਧਰ ਬੈਠ ਜਾਓ ਅਤੇ ਮੈਂ ਹੁਣੇ ਤੁਹਾਡੇ ਲਈ ਚਾਹ ਭਿਜਵਾ ਦਿੰਨਾ। ਤੁਸੀਂ ਭਿੱਜ ਗਏ ਹੋ, ਤੁਹਾਨੂੰ ਗਰਮ ਚਾਹ ਚੰਗੀ ਲੱਗੇਗੀ। ਵੈਸੇ ਮੋਹਨ ਲਾਲ ਆਪਣਾ ਕੰਮ ਹੀ ਕਰ ਰਿਹਾ ਸੀ, ਪਰ ਹਸਪਤਾਲ ਵਿੱਚ ਹੀ ਦਇਆ ਨਹੀਂ ਮਿਲੇਗੀ ਤਾਂ ਕਿੱਥੇ ਮਿਲੇਗੀ। ਚੇਅਰਮੈਨ ਸਾਹਿਬ ਦੀਆਂ ਇਹ ਗੱਲਾਂ ਸੁਣ ਕੇ ਅਸ਼ੋਕ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਉਹ ਵਾਪਸ ਅੰਦਰ ਚਲੇ ਗਏ ਤੇ ਅਸ਼ੋਕ ਜੀ ਨੇ ਆਪਣੀ ਪਤਨੀ ਨੂੰ ਇੱਕ ਪਾਸੇ ਸੀਟ 'ਤੇ ਬਿਠਾ ਦਿੱਤਾ। ਚੇਅਰਮੈਨ ਸਾਹਿਬ ਦੀ ਚਾਹ ਭਿਜਵਾਉਣ ਉੱਤੇ ਆਪਣੀ ਬਿਮਾਰ ਪਤਨੀ ਨੂੰ ਚੁੱਕ ਕੇ ਚਾਹ ਦਿੰਦੇ ਹੋਏ ਅਸ਼ੋਕ ਜੀ ਨੇ ਕਿਹਾ, ਸਕੁੰਤਲਾ ਲੈ ਚਾਹ ਪੀ ਲਾ। ਸਹਾਰਾ ਦਿੰਦੇ ਹੋਏ ਪਤਨੀ ਨੂੰ ਉਠਾਇਆ ਤੇ ਚਾਹ ਪਿਆਉਣ ਲੱਗੇ। ਭਲੇ ਹੀ ਉਹ ਦਵਾਈ ਨਹੀਂ ਸੀ, ਪਰ ਚਾਹ ਵੀ ਇੱਕ ਦਵਾਈ ਤੋਂ ਘੱਟ ਨਹੀਂ ਸੀ। ਉਹ ਵੀ ਦਵਾਈ ਦਾ ਕੰਮ ਹੀ ਕਰ ਰਹੀ ਸੀ, ਨਹੀਂ ਤਾਂ ਖਾਣ ਨੂੰ ਹੁਣ ਤੱਕ ਕੁਝ ਵੀ ਨਸੀਬ ਨਹੀਂ ਹੋਇਆ ਸੀ। ਸ਼ਕੁੰਤਲਾ ਜੀ ਨੇ ਕਿਹਾ, ਸੁਣੋ ਜੀ, ਮੈਨੂੰ ਤਾਂ ਬਹੁਤ ਫਿਕਰ ਹੋ ਰਹੀ ਆ ਕਿ ਮੇਰੇ ਬਾਅਦ ਤੁਹਾਡਾ ਕੀ ਹੋਵੇਗਾ। ਵੈਸੇ ਵੀ ਮੇਰੀ ਹਾਲਤ ਠੀਕ ਨਹੀਂ, ਨਾ ਜਾਣੇ ਕਦੋਂ ਚਲੀ ਜਾਵਾਂਗੀ। ਅਸ਼ੋਕ ਜੀ ਨੇ ਕਿਹਾ, ਨਹੀਂ ਸ਼ਕੁੰਤਲਾ, ਤੈਨੂੰ ਕੁਝ ਨਹੀਂ ਹੋਵੇਗਾ, ਤੂੰ ਜਿਵੇਂ ਵੀ ਹੋ ਮੇਰੇ ਸਾਹਮਣੇ ਹੋ, ਤਾਂ ਤੇਰੇ ਬਿਨਾਂ ਮੈਂ ਕੀ ਕਰੂੰਗਾ, ਮੇਰਾ ਕੌਣ ਸਹਾਰਾ। ਸ਼ਕੁੰਤਲਾ ਜੀ ਅੱਖਾਂ 'ਚ ਹੰਝੂ ਲੈ ਕੇ ਬੋਲੀ ਕਿ ਸਰੀਰ ਦਾ ਕੋਈ ਭਰੋਸਾ ਨਹੀਂ ਆ ਜੀ, ਮੇਰੀ ਬਸ ਇੱਕ ਗੱਲ ਮੰਨ ਲਓ, ਤੁਸੀਂ ਆਪਣੇ ਬੇਟੇ ਆਕਾਸ਼ ਦੇ ਕੋਲ ਚਲੇ ਜਾਓ ਤੇ ਘੱਟ ਤੋਂ ਘੱਟ ਮੇਰੀ ਆਤਮਾ ਚੈਨ ਨਾਲ ਤਾਂ ਰਵੇਗੀ। ਅਸ਼ੋਕ ਜੀ ਜ਼ੋਰ ਨਾਲ ਬੋਲੇ, ਖਬਰਦਾਰ ਜੋ ਉਸ ਉੱਥੇ ਜਾਣ ਦੀ ਗੱਲ ਕੀਤੀ, ਤੈਨੂੰ ਕੀ ਲੱਗਦਾ ਕਿ ਉਹ ਮੇਰੀ ਸੇਵਾ ਕਰੇਗਾ? ਇਹ ਉਹੀ ਬੇਟਾ ਜਿਸ ਨੇ ਆਪਣੇ ਦੋਹਾਂ ਨੂੰ ਧੱਕੇ ਮਾਰ ਕੇ ਘਰ 'ਚੋਂ ਬਾਹਰ ਕੱਢ ਦਿੱਤਾ ਸੀ। ਹੁਣ ਉਸ ਦੇ ਕੋਲ ਜਾ ਕੇ 2 ਰੋਟੀ ਦੇ ਬਦਲੇ ਆਪਣਾ ਆਤਮ ਸਨਮਾਨ ਨਹੀਂ ਵੇਚੂੰਗਾ, ਉਸ ਦੀ ਜੀ ਹਜ਼ੂਰੀ ਕਦੇ ਨਹੀਂ ਕਰੂੰਗਾ। ਅਸ਼ੋਕ ਜੀ ਤੇ ਸ਼ਕੁੰਤਲਾ ਜੀ ਆਪਣੇ ਬੇਟੇ ਦੀ ਗੱਲ ਕਰ ਰਹੇ ਸੀ ਜੋ ਇਸ ਸ਼ਹਿਰ ਵਿੱਚ ਰਹਿੰਦਾ ਸੀ। ਪਤਨੀ ਅਤੇ ਬੱਚੇ ਵੀ ਸੀ, ਪਰ ਮਾਂ-ਬਾਪ ਬੋਝ ਲੱਗਣ ਲੱਗੇ ਸੀ। ਜਦੋਂ ਅਸ਼ੋਕ ਜੀ ਤੇ ਸ਼ਕੁੰਤਲਾ ਜੀ ਨੂੰ ਬੇਟੇ ਬਹੂ ਨੇ ਘਰ 'ਚੋਂ ਕੱਢ ਦਿੱਤਾ ਸੀ ਤਾਂ ਸਿਰ ਲੁਕਾਉਣ ਦੇ ਲਈ ਜਿਵੇਂ ਤਿਵੇਂ ਇੱਕ ਤਰਪਾਲ ਦਾ ਇੰਤਜ਼ਾਮ ਕਰਕੇ ਉਸ ਨਾਲ ਹੀ ਘਰ ਬਣਾ ਲਿਆ ਸੀ ਤੇ ਸਰਦੀ ਗਰਮੀ ਸਭ ਉਸ ਦੇ ਹੇਠਾਂ ਹੀ ਕੱਟਣ ਲੱਗੇ। ਸ਼ਕੁੰਤਲਾ ਜੀ ਪਹਿਲਾਂ ਤੋਂ ਹੀ ਬਿਮਾਰ ਸੀ, ਪਰ ਉਹਨਾਂ ਨੇ ਸਮੇਂ ਉੱਤੇ ਖਾਣਾ ਤੇ ਦਵਾਈਆਂ ਨਾ ਮਿਲ ਪਾਉਣ ਕਰਕੇ ਸੜਕ ਉੱਤੇ ਰਹਿਣ ਦੇ ਕਾਰਨ ਹੋਰ ਵੀ ਬਿਮਾਰ ਰਹਿਣ ਲੱਗੇ ਸੀ। ਦਵਾਈਆਂ ਤੇ 2 ਵਕਤ ਦੀ ਰੋਟੀ ਬੇਹੱਦ ਜ਼ਰੂਰੀ ਸੀ, ਪਰ ਪੈਸੇ ਹੀ ਨਹੀਂ ਸੀ। ਅਸ਼ੋਕ ਜੀ ਨੂੰ ਮਜਬੂਰਨ ਮੰਦਰ ਦੇ ਬਾਹਰ ਭੀਖ ਮੰਗਣੀ ਪਈ, ਜਿਸ ਨਾਲ ਬੜੀਆਂ ਮੁਸ਼ਕਲਾਂ ਨਾਲ ਗੁਜ਼ਾਰਾ ਹੋ ਰਿਹਾ ਸੀ। ਸ਼ਕੁੰਤਲਾ ਜੀ ਵਾਰ-ਵਾਰ ਕਹਿੰਦੇ ਕਿ ਕੋਈ ਗੱਲ ਨਹੀਂ, ਉੱਥੇ ਹੀ ਚਲੇ ਜਾਂਦੇ ਆ, ਮੈਂ ਇਸ ਤਰ੍ਹਾਂ ਤੁਹਾਨੂੰ ਨਹੀਂ ਦੇਖ ਸਕਦੀ, ਮੇਰੇ ਬਾਅਦ ਨਾ ਜਾਣੇ ਕੀ ਹੋਵੇਗਾ ਤੁਹਾਡਾ। ਪਰ ਅਸ਼ੋਕ ਜੀ ਗੱਲ ਹੀ ਨਹੀਂ ਮੰਨਦੇ ਸੀ, ਕਿਉਂਕਿ ਉਹ ਆਤਮ ਸਨਮਾਨ ਦੇ ਨਾਲ ਜਿਉਣਾ ਚਾਹੁੰਦੇ ਸੀ। ਬਸ ਇਹੀ ਗੱਲ ਕਰ ਰਹੇ ਸੀ, ਉਦੋਂ ਤੱਕ ਬਾਰਿਸ਼ ਵੀ ਰੁਕ ਗਈ। ਫਿਰ ਉਸ ਚੇਅਰਮੈਨ ਨੇ ਅਸ਼ੋਕ ਜੀ ਤੇ ਸ਼ਕੁੰਤਲਾ ਜੀ ਨੂੰ ਦਵਾਈ ਦਵਾ ਦਿੱਤੀ ਤੇ ਉਹ ਉੱਥੋਂ ਆਪਣੀ ਪਤਨੀ ਨੂੰ ਲੈ ਕੇ ਚਲੇ ਗਏ। ਕੋਈ ਸੁੱਕੀ ਜੀ ਜਗ੍ਹਾ ਦੇਖ ਕੇ ਉੱਥੇ ਤਰਪਾਲ ਲਗਾ ਲਈ, ਪਰ ਬਾਰਿਸ਼ ਨਾਲ ਭਿੱਜ ਜਾਣ ਦੇ ਕਾਰਨ ਹੇਠਾਂ ਬਿਸਤਰੇ 'ਤੇ ਪਈ ਸ਼ਕੁੰਤਲਾ ਜੀ ਹੁਣ ਇਸ ਦੁਨੀਆ ਤੋਂ ਚੱਲ ਬਸੀ ਸੀ। ਅਸ਼ੋਕ ਜੀ ਆਪਣੀ ਪਤਨੀ ਦਾ ਚਿਹਰਾ ਆਪਣੇ ਹੱਥਾਂ 'ਚ ਭਰ ਕੇ ਰੋਂਦੇ-ਰੋਂਦੇ ਸ਼ਕੁੰਤਲਾ ਜੀ ਨੂੰ ਪੁਕਾਰਦੇ ਰਹੇ। ਸੜਕ ਉੱਤੇ ਪਈ ਸ਼ਕੁੰਤਲਾ ਜੀ ਦੀ ਦੇਹ, ਪਰ ਰੋਣ ਵਾਲਾ ਕੋਈ ਵੀ ਨਹੀਂ ਸੀ।
ਬਲਕਿ ਉਸੇ ਸ਼ਹਿਰ ਵਿੱਚ ਰਹਿਣ ਵਾਲਾ ਆਪਣਾ ਬੇਟਾ ਵੀ ਬੇਖਬਰ ਸੀ। ਅਸ਼ੋਕ ਜੀ ਨੇ ਸੋਚਿਆ ਕਿ ਜਾ ਕੇ ਉਸ ਨੂੰ ਦੱਸ ਦੇਵਾਂ ਤੇ ਜਲਦੀ ਅਸ਼ੋਕ ਜੀ ਉੱਥੇ ਪਹੁੰਚ ਗਏ। ਘਰ ਦੇ ਬਾਹਰ ਤੋਂ ਹੀ ਆਕਾਸ਼ ਬੁਲਾਉਣ ਲੱਗੇ, ਪਰ ਚੌਕੀਦਾਰ ਨੇ ਅੰਦਰ ਨਾ ਜਾਣ ਦਿੱਤਾ। ਚੌਕੀਦਾਰ ਨੇ ਅੰਦਰ ਫੋਨ ਕਰਕੇ ਜਾਣਕਾਰੀ ਦਿੱਤੀ ਤਾਂ ਬੇਟਾ ਬਾਹਰ ਆਇਆ ਤੇ ਬੋਲਿਆ। ਗੁੱਸੇ ਵਿੱਚ ਚੌਕੀਦਾਰ ਨੂੰ ਕਹਿਣ ਲੱਗਿਆ, ਮੋਹਨ ਲਾਲ, ਇਹ ਭਿਖਾਰੀਆਂ ਦੇ ਲਈ ਮੇਰੇ ਕੋਲ ਟਾਈਮ ਨਹੀਂ ਆ। ਇਹ ਸੁਣ ਕੇ ਅਸ਼ੋਕ ਜੀ ਖੂਨ ਦੀ ਘੁੱਟ ਪੀ ਰਹਿ ਗਏ, ਪਰ ਫਿਰ ਉਹਨਾਂ ਨੇ ਰੋਂਦੇ ਹੋਏ ਦੱਸਿਆ ਕਿ ਤੇਰੀ ਮਾਂ ਚੱਲ ਬਸੀ ਆ। ਪਰ ਉਸਨੇ ਚਿਲਾਉਂਦੇ ਹੋਏ ਕਿਹਾ ਕਿ ਮੈਂ ਕੀ ਕਰਾਂ, ਸੜਕ 'ਤੇ ਰੋਜ਼ ਇੰਨੇ ਭਿਖਾਰੀ ਮਰਦੇ ਆ ਤਾਂ ਕਿ ਸਭ ਦਾ ਅੰਤਿਮ ਸੰਸਕਾਰ ਮੈਂ ਕਰਾਂਗਾ। ਤੈਨੂੰ ਕੀ ਪੈਸੇ ਚਾਹੀਦੇ ਆ ਨਾ? ਇਹ ਲੈ। ਕਹਿੰਦੇ ਹੋਏ ਉਹਨਾਂ ਦੇ ਬੇਟੇ ਆਕਾਸ਼ ਨੇ 1-1 ਰੁਪਈਆਂ ਦੇ ਸਿੱਕੇ ਉਹਨਾਂ ਦੇ ਉੱਪਰ ਸਿੱਟਦੇ ਹੋਏ ਕਿਹਾ, ਮੋਹਨ ਲਾਲ, ਕੱਢੋ ਇਹਨਾਂ ਨੂੰ ਇੱਥੋਂ। ਮਹਿਮਾਨ ਆਉਣ ਵਾਲੇ ਆ, ਬੱਚੇ ਦਾ ਜਨਮ ਦਿਨ ਆ, ਘਰ ਵਿੱਚ ਪਾਰਟੀ ਆ। ਇਸ ਵਰਗੇ ਇੱਥੇ 2-4 ਭਿਖਾਰੀ ਖੜੇ ਰਹਿਣਗੇ ਤਾਂ ਆਪਣੀ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਅਸ਼ੋਕ ਜੀ ਨਾ ਚਾਹੁੰਦੇ ਹੋਏ ਵੀ ਇੱਕ ਦੇ ਸਿੱਕੇ ਚੁੱਕ ਰਹੇ ਸੀ, ਪਰ ਜਾਂਦੇ ਹੋਏ ਅੱਜ ਆਤਮਾ ਨੂੰ ਬਹੁਤ ਦਰਦ ਹੋ ਰਿਹਾ ਸੀ। ਉਹ ਚੀਖ ਕੇ ਰੋਣਾ ਚਾਹੁੰਦੇ ਸੀ, ਪਰ ਉਹਨਾਂ ਦਾ ਰੋਣਾ ਕੌਣ ਦੇਖੇ ਅਤੇ ਹੁਣ ਕਿਸੇ ਨੂੰ ਉਹਨਾਂ ਦੇ ਹੰਝੂਆਂ ਨਾਲ ਕੋਈ ਫਰਕ ਨਹੀਂ ਪੈਣਾ ਵਾਲਾ ਸੀ। ਜਦੋਂ ਉਸਦੇ ਖੂਨ ਦਾ ਰੰਗ ਹੀ ਸਫੇਦ ਹੋ ਚੁੱਕਿਆ ਸੀ, ਅਸ਼ੋਕ ਜੀ ਖਿਆਲਾਂ ਤੋਂ ਬਾਹਰ ਆਏ ਤਾਂ ਉਸ ਤੂਫਾਨ ਵਿੱਚ ਹੀ ਆਪਣੀ ਪਤਨੀ ਦੇ ਵੱਲ ਦੌੜ ਪਏ। ਅਸ਼ੋਕ ਜੀ ਕਿਸੇ ਤਰ੍ਹਾਂ ਸ਼ਕੁੰਤਲਾ ਜੀ ਦੇ ਕੋਲ ਪਹੁੰਚੇ ਤਾਂ ਮਰਨ ਦੇ ਬਾਅਦ ਵੀ ਜਿਵੇਂ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਉਹਨਾਂ ਨੇ ਜਾ ਕੇ ਜਿਵੇਂ ਕਿਵੇਂ ਇੱਕ ਠੇਲੇ ਦਾ ਇੰਤਜ਼ਾਮ ਕੀਤਾ। ਜੋ ਪੈਸੇ ਲੈ ਕੇ ਆਏ ਸੀ ਉਹ ਪੈਸੇ ਉਸ ਠੇਲੇ ਵਾਲੇ ਨੂੰ ਦੇ ਦਿੱਤੇ ਤੇ ਇਕੱਲੇ ਹੀ ਪਤਨੀ ਨੂੰ ਲੈ ਕੇ ਸ਼ਮਸ਼ਾਨ ਘਾਟ ਪਹੁੰਚ ਗਏ ਅਤੇ ਰੋਂਦੇ ਹੋਏ ਅੰਤਿਮ ਸੰਸਕਾਰ ਲਈ ਸ਼ਕੁੰਤਲਾ ਜੀ ਦੀ ਮ੍ਰਿਤਕ ਦੇਹ ਨੂੰ ਲੈ ਕੇ ਬੈਠੇ ਰਹੇ। ਕਈ ਘੰਟੇ ਹੋਣ ਤੋਂ ਬਾਅਦ ਸ਼ਮਸ਼ਾਨ ਘਾਟ ਦਾ ਕਰਮਚਾਰੀ ਉੱਥੇ ਆਇਆ ਤਾਂ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਫਿਰ ਅੰਤਿਮ ਸੰਸਕਾਰ ਕਰਨ ਦੇ ਬਾਅਦ ਅਸ਼ੋਕ ਜੀ ਨੇ ਭੀਖ ਮੰਗ ਕੇ ਉਹਨਾਂ ਦੇ ਨਾਮ ਤੇ ਰੋਟੀ ਕੁੱਤਿਆਂ ਨੂੰ ਖਵਾਈ। ਉਸ ਦੇ ਅੰਦਰ ਦੀ ਤੜਫ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਸੀ। ਉਹ ਆਪਣੀ ਕਿਸਮਤ ਨੂੰ ਕੋਸਣ ਲੱਗੇ ਕਿ ਜਿਸ ਦਾ ਬੇਟਾ ਇੰਨਾ ਅਮੀਰ ਹੋਵੇ, ਉਸ ਦੀ ਮਾਂ ਦਾ ਅੰਤਿਮ ਸੰਸਕਾਰ ਲਾਵਾਰਸਾਂ ਦੀ ਤਰ੍ਹਾਂ ਕੀਤਾ ਜਾ ਰਿਹਾ। ਸ਼ਕੁੰਤਲਾ ਜੀ ਦੇ ਚਲੇ ਜਾਣ ਦੇ ਬਾਅਦ ਹੁਣ ਉਹ ਇਸ ਤਰਪਾਲ ਨੂੰ ਦੇਖਦੇ ਅਤੇ ਉਹਨਾਂ ਨੂੰ ਯਾਦ ਕਰਦੇ। ਲੋਕਾਂ ਦੀਆਂ ਯਾਦਾਂ ਘਰ ਨਾਲ ਜੁੜੀਆਂ ਹੁੰਦੀਆਂ, ਪਰ ਉਹਨਾਂ ਦੀ ਯਾਦ ਇਸ ਤਰਪਾਲ ਨਾਲ ਜੁੜੀ ਹੋਈ ਸੀ। ਸ਼ਕੁੰਤਲਾ ਜੀ ਦੇ ਮਹੱਤਵਪੂਰਨ ਅਤੇ ਆਖਰੀ ਦਿਨ ਉਸ ਦੇ ਨਾਲ ਇਸ ਤਰਪਾਲ ਦੇ ਹੇਠਾਂ ਹੀ ਤਾਂ ਲੰਘੇ ਸੀ। ਪਤਨੀ ਦੀ ਯਾਦ ਵਿੱਚ ਉਹ 2 ਦਿਨ ਤੋਂ ਭੁੱਖੇ ਪਿਆਸੇ ਪਏ ਰਹੇ। ਸ਼ਕੁੰਤਲਾ ਜੀ ਦੇ ਬਾਅਦ ਜਿਵੇਂ ਹੀ ਅਸ਼ੋਕ ਜੀ ਦੀ ਭੁੱਖ ਪਿਆਸ ਮਰ ਚੁੱਕੀ ਸੀ, ਉਸ ਦੀ ਅੱਖਾਂ 'ਚ ਝਰ-ਝਰ ਹੰਝੂ ਵਹਿ ਰਹੇ ਸੀ ਤੇ ਅੱਖਾਂ ਬੰਦ ਕਰਦੇ ਹੀ ਫਿਰ ਤੋਂ ਉਹੀ ਖਿਆਲ ਦਿਮਾਗ ਵਿੱਚ ਘੁੰਮਣ ਲੱਗਦੇ ਆ ਤੇ 5 ਸਾਲ ਪਹਿਲਾਂ ਦੀਆਂ ਗੱਲਾਂ ਯਾਦ ਆਉਣ ਲੱਗਦੀਆਂ, ਜਦੋਂ ਉਸ ਦੀ ਛੋਟੀ ਜੀ ਦੁਨੀਆ ਸੀ, ਹੱਸਦਾ ਖੇਡਦਾ ਪਰਿਵਾਰ ਸੀ। ਜਦੋਂ ਇੱਕ ਦਿਨ ਅਸ਼ੋਕ ਜੀ ਨੇ ਬੇਟੇ ਦੇ ਰਿਸ਼ਤੇ ਦੀ ਗੱਲ ਛੇੜੀ ਤਾਂ ਆਕਾਸ਼ ਵਿੱਚ ਹੀ ਬੋਲ ਪਿਆ, ਪਾਪਾ, ਮੈਨੂੰ ਹੋਰ ਕਿਤੇ ਰਿਸ਼ਤਾ ਨਹੀਂ ਦੇਖਣਾ। ਮੈਂ ਇੱਕ ਕੁੜੀ ਨੂੰ ਬਹੁਤ ਪਸੰਦ ਕਰਦਾ। ਪਾਪਾ, ਕੁੜੀ ਮੇਰੀ ਪਸੰਦ ਦੀ ਆ। ਮੈਂ ਚਾਹੁੰਦਾ ਕਿ ਤੁਸੀਂ ਵੀ ਦੇਖ ਲਓ, ਉਸ ਦੇ ਘਰ ਜਾ ਕੇ ਗੱਲ ਕਰ ਲਓ। ਆਕਾਸ਼ ਨੇ ਜਦੋਂ ਫੋਨ ਕੱਢ ਕੇ ਆਪਣੇ ਮਾਤਾ ਪਿਤਾ ਨੂੰ ਕੁੜੀ ਦੀ ਫੋਟੋ ਦਿਖਾਈ ਤਾਂ ਸ਼ਕੁੰਤਲਾ ਜੀ ਨੇ ਕੁੜੀ ਦੇਖਦੇ ਹੀ ਪਸੰਦ ਆ ਗਈ। ਉਹਨਾਂ ਨੇ ਕਿਹਾ, ਦੇਖੋ ਜੀ ਕਿੰਨੀ ਪਿਆਰੀ ਬੱਚੀ ਆ, ਆਪਣੇ ਆਕਾਸ਼ ਦੀ ਪਸੰਦ ਕਿੰਨੀ ਚੰਗੀ ਆ। ਅਸ਼ੋਕ ਜੀ ਫੋਟੋ ਦੇਖ ਕੇ ਹਾਮੀ ਨਹੀਂ ਭਰਨਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਕੁੜੀ ਦੇ ਘਰ ਜਾਣ ਲਈ ਕਿਹਾ, ਜਿਸ ਉੱਤੇ ਆਕਾਸ਼ ਵੀ ਸਹਿਮਤ ਹੋ ਗਿਆ। ਸ਼ਕੁੰਤਲਾ ਜੀ ਆਪਣੇ ਘਰ ਵਿੱਚ ਬਹੂ ਦੇ ਆਉਣ ਨੂੰ ਲੈ ਕੇ ਬਹੁਤ ਹੀ ਖੁਸ਼ ਸੀ ਅਤੇ ਬੇਟੇ ਦੇ ਵਿਆਹ ਦੇ ਬਹੁਤ ਸਾਰੇ ਸੁਪਨੇ ਸਜਾਏ ਸੀ, ਪਰ ਉਸ ਦੇ ਘਰ ਜਾ ਕੇ ਅਸ਼ੋਕ ਜੀ ਹੱਕੇ ਬੱਕੇ ਰਹਿ ਗਏ। ਇੰਨਾ ਵੱਡਾ ਆਲੀਸ਼ਾਨ ਬੰਗਲਾ ਦੇਖ ਕੇ ਅਸ਼ੋਕ ਜੀ ਦਾ ਮਨ ਅੰਦਰ ਜਾਣ ਦਾ ਨਹੀਂ ਹੋਇਆ। ਉਹਨਾਂ ਨੂੰ ਲੱਗਿਆ ਕਿ ਉਹਨਾਂ ਦੇ ਬੇਟੇ ਦੇ ਮਨ ਵਿੱਚ ਸ਼ਾਇਦ ਲਾਲਚ ਆ ਗਿਆ। ਆਕਾਸ਼ ਦਾ ਮਨ ਰੱਖਣ ਦੇ ਲਈ ਉਹਨਾਂ ਨੇ ਅੰਦਰ ਜਾ ਕੇ ਸਭ ਨਾਲ ਗੱਲ ਕੀਤੀ, ਪਰ ਇੰਨੇ ਵੱਡੇ ਘਰ ਵਿੱਚ ਆਪਣੇ ਬੇਟੇ ਦਾ ਵਿਆਹ ਕਰਨ ਦਾ ਮਨ ਨਹੀਂ ਸੀ। ਕੁੜੀ ਦੇ ਘਰ ਵਾਲਿਆਂ ਨੇ ਆਕਾਸ਼ ਦੇ ਮਾਤਾ ਪਿਤਾ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਤੇ ਸਾਰਾ ਸਮਾਂ ਆਕਾਸ਼ ਨਾਲ ਗੱਲ ਕਰਦੇ ਰਹੇ। ਦੋਹਾਂ ਨੂੰ ਹੀ ਬਹੁਤ ਅਪਮਾਨਿਤ ਮਹਿਸੂਸ ਹੋ ਰਿਹਾ ਸੀ, ਪਰ ਆਕਾਸ਼ ਦੀ ਖਾਤਰ ਝੂਠੀ ਮੁਸਕਾਨ ਲਈ ਬੈਠੇ ਰਹੇ। ਘਰ ਜਾ ਕੇ ਉਹਨਾਂ ਨੇ ਆਕਾਸ਼ ਨਾਲ ਵਿਆਹ ਦਾ ਵਿਰੋਧ ਕੀਤਾ ਤੇ ਕਿਹਾ ਕਿ ਆਪਣਾ ਤੇ ਉਹਨਾਂ ਦਾ ਕੋਈ ਮੇਲ ਨਹੀਂ। ਬੇਟਾ, ਇਸ ਕੁੜੀ ਨੂੰ ਛੱਡ, ਕਿੱਥੇ ਉਹ ਲੋਕ ਤੇ ਕਿੱਥੇ ਆਪਾਂ। ਸਿਰ ਉੱਚਾ ਕਰਕੇ ਰੱਖਣਾ ਹੀ ਚੰਗਾ ਹੁੰਦਾ। ਪਰ ਆਕਾਸ਼ ਦੀਆਂ ਅੱਖਾਂ ਉੱਤੇ ਪੈਸੇ ਵਾਲੀ ਕੁੜੀ ਦੇ ਨਾਮ ਦੇ ਪਰਦੇ ਪਏ ਹੋਏ ਸੀ। ਉਸਨੇ ਕਿਹਾ ਕਿ ਪਾਪਾ ਕੀ ਹੋਇਆ, ਪੈਸੇ ਵਾਲੇ ਆ, ਕੁੜੀ ਚੰਗੀ ਆ।
ਅਸ਼ੋਕ ਜੀ ਨੇ ਸਮਝਾਇਆ ਕਿ ਬੇਟਾ ਉਹ ਕੁੜੀ ਆਪਣੇ ਘਰ ਵਿੱਚ ਕਦੇ ਨਹੀਂ ਰਹਿ ਪਾਵੇਗੀ। ਉਸ ਦੇ ਸ਼ੌਂਕ ਬੜੇ ਮਹਿੰਗੇ ਹੋਣਗੇ, ਤੂੰ ਪੂਰੇ ਨਹੀਂ ਕਰ ਪਾਏਗਾ ਕਿਉਂਕਿ ਤੇਰੀ ਕਮਾਈ ਉਸ ਦੇ ਬਰਾਬਰ ਨਹੀਂ, ਤੇ ਫਿਰ ਉਸ ਦੇ ਘਰ ਦਾ ਅਹਿਸਾਨ ਕਿੰਨਾ ਸਹਿ ਪਾਵੇਂਗਾ। ਆਕਾਸ਼ ਨੇ ਕਿਹਾ ਤਾਂ ਕੀ ਹੋਇਆ ਪਾਪਾ, ਸਭ ਕੁੜੀਆਂ ਵਾਲੇ ਆਪਣੀ ਕੁੜੀ ਨੂੰ ਦਿੰਦੇ ਆ, ਉਹ ਲੈ ਆਵੇਗੀ ਤਾਂ ਕੀ ਹੋ ਜਾਵੇਗਾ। ਬਾਕੀ ਮੇਰੇ ਲਈ ਤਾਂ ਚੰਗਾ ਹੀ ਆ ਤੇ ਤੁਹਾਡੇ ਵੀ ਤਾਂ ਅਰਮਾਨ ਪੂਰੇ ਹੋ ਜਾਣਗੇ, ਕੋਈ ਕਮੀ ਨਹੀਂ ਰਹੇਗੀ। ਆਕਾਸ਼ ਨੂੰ ਇਸ ਤਰ੍ਹਾਂ ਕਹਿੰਦੇ ਹੋਏ ਅਸ਼ੋਕ ਜੀ ਦੇਖਦੇ ਹੀ ਰਹਿ ਗਏ ਤੇ ਫਿਰ ਅਸ਼ੋਕ ਜੀ ਜ਼ੋਰ-ਜ਼ੋਰ ਨਾਲ ਦਿਹਾੜੇ ਕਿ ਇਹੀ ਪਰਵਰਿਸ਼ ਕੀਤੀ ਆ ਸੀ ਤੇਰੀ, ਵਿਸ਼ਵਾਸ ਨਹੀਂ ਹੁੰਦਾ ਕਿ ਤੂੰ ਮੇਰਾ ਖੂਨ ਆ। ਇੰਨਾ ਕਹਿੰਦੇ ਹੋਏ ਉਸ ਦਾ ਹੱਥ ਜਿਵੇਂ ਹੀ ਹਵਾ ਵਿੱਚ ਉੱਠਿਆ ਤਾਂ ਸ਼ਕੁੰਤਲਾ ਜੀ ਨੇ ਰੋਕ ਲਿਆ ਕਿ ਅਜਿਹਾ ਨਾ ਕਰੋ, ਜਵਾਨ ਬੇਟੇ ਤੇ ਕੋਈ ਹੱਥ ਚੁੱਕਦਾ, ਤੁਸੀਂ ਸ਼ਾਂਤ ਹੋ ਜਾਓ। ਉਸ ਦੀ ਪਸੰਦ ਦੀ ਕੁੜੀ ਆ, ਉਸ ਦੀ ਮਰਜ਼ੀ ਆ, ਭਲਾ ਆਪਾਂ ਕੌਣ ਹੁੰਨੇ ਆ ਉਸ ਨੂੰ ਰੋਕਣ ਵਾਲੇ। ਜੋ ਹੋ ਰਿਹਾ ਠੀਕ ਆ। ਅਸ਼ੋਕ ਜੀ ਨੂੰ ਲੈ ਕੇ ਸ਼ਕੁੰਤਲਾ ਜੀ ਕਮਰੇ ਵਿੱਚ ਆ ਗਈ ਤੇ ਕਹਿਣ ਲੱਗੀ ਦੇਖੋ ਜੀ, ਜ਼ਿਆਦਾ ਜ਼ੋਰ ਜ਼ਬਰਦਸਤੀ ਕਰਾਂਗੇ ਤਾਂ ਉਹ ਆਪਣੇ ਤੋਂ ਅਲੱਗ ਹੋ ਜਾਵੇਗਾ, ਪਰ ਵਿਆਹ ਤਾਂ ਉਸ ਨਾਲ ਹੀ ਕਰੇਗਾ। ਇਸ ਤੋਂ ਚੰਗਾ ਕਿ ਜਿਵੇਂ ਵੀ ਹੋਵੇਗਾ ਬੇਟਾ ਆਪਣੇ ਕੋਲ ਹੀ ਰਹੇ। ਸ਼ਕੁੰਤਲਾ ਜੀ ਦੀ ਗੱਲ ਆਕਾਸ਼ ਜੀ ਨੂੰ ਸਹੀ ਲੱਗੀ ਅਤੇ ਉਹਨਾਂ ਨੇ ਆਪਣਾ ਗੁੱਸਾ ਕਾਬੂ ਵਿੱਚ ਕਰ ਲਿਆ ਤੇ ਕੁਝ ਦਿਨਾਂ ਬਾਅਦ ਵਿਆਹ ਹੋ ਗਿਆ ਤੇ ਕੁੜੀ ਬਹੁਤ ਸਾਰਾ ਦਾਜ ਦਹੇਜ ਤੇ ਮਹਿੰਗੀ ਗੱਡੀ ਲੈ ਕੇ ਘਰ ਆ ਗਈ। ਹੁਣ ਆਕਾਸ਼ ਰੇਨੂ ਦੇ ਅੱਗੇ ਪਿੱਛੇ ਘੁੰਮਣ ਲੱਗਿਆ। ਦੋਨੋਂ ਪੂਰਾ ਦਿਨ ਬਸ ਘੁੰਮਦੇ ਅਤੇ ਬਾਹਰ ਖਾਣਾ ਖਾਂਦੇ ਪੀਂਦੇ। ਇੱਕ ਦਿਨ ਸ਼ਕੁੰਤਲਾ ਜੀ ਨੇ ਕਿਤੇ ਜਾਣ ਦੀ ਇੱਛਾ ਜਤਾਈ ਤਾਂ ਆਕਾਸ਼ ਨੇ ਮਨ ਮਾਰ ਕੇ ਹਾਮੀ ਭਰ ਦਿੱਤੀ। ਜਿਵੇਂ ਹੀ ਅਸ਼ੋਕ ਜੀ ਅਤੇ ਸ਼ਕੁੰਤਲਾ ਜੀ ਕਾਰ 'ਚ ਬੈਠੇ ਤਾਂ ਰੇਨੂ ਜ਼ੋਰ ਨਾਲ ਰੌਲਾ ਪਾਉਣ ਲੱਗੀ ਕਿ ਆਕਾਸ਼ ਮੇਰਾ ਕੋਈ ਸਟੇਟਸ ਆ, ਇਹਨਾਂ ਭਿਖਾਰੀਆਂ ਨੇ ਜਿੱਥੇ ਜਾਣਾ ਆਟੋ ਵਿੱਚ ਚਲੇ ਜਾਣ, ਇੰਨੀ ਮਹਿੰਗੀ ਕਾਰ ਵਿੱਚ ਬੈਠਣ ਦੀ ਔਕਾਤ ਨਹੀਂ ਆ ਇਹਨਾਂ ਦੀ। ਬਹੂ ਦੀ ਗੱਲ ਸੁਣ ਕੇ ਸ਼ਕੁੰਤਲਾ ਜੀ ਤੁਰੰਤ ਉੱਤਰ ਗਈ ਤੇ ਅਸ਼ੋਕ ਜੀ ਕੁਝ ਕਹਿਣ ਦੇ ਇਰਾਦੇ ਨਾਲ ਉੱਤਰ ਕੇ ਅੱਗੇ ਆਏ। ਆਕਾਸ਼ ਦੇ ਕੋਲ ਪਹੁੰਚੇ ਅਤੇ ਕਿਹਾ ਬੇਟਾ ਇਹੀ ਦਿਨ ਦਿਖਾਉਣੇ ਬਾਕੀ ਰਹਿ ਗਏ ਸੀ, ਤੇਰੇ ਮਾਂ-ਬਾਪ ਭਿਖਾਰੀ ਹੋ ਗਏ। ਅੱਖਾਂ 'ਚ ਹੰਝੂ ਭਰੇ ਆਕਾਸ਼ ਅਸ਼ੋਕ ਜੀ ਕਹਿ ਕੇ ਘਰ ਵਿੱਚ ਵਾਪਸ ਚਲੇ ਗਏ ਤੇ ਆਕਾਸ਼ ਨੂੰ ਰੱਤੀ ਭਰ ਵੀ ਫਰਕ ਨਾ ਪਿਆ। ਸ਼ਕੁੰਤਲਾ ਜੀ ਕੋਲ ਬੈਠੀ ਉਹਨਾਂ ਦੇ ਹੰਝੂ ਪੂੰਝਦੀ ਰਹੀ ਤੇ ਅਸ਼ੋਕ ਜੀ ਚਾਹ ਕੇ ਵੀ ਆਪਣੇ ਹੰਝੂ ਨਾ ਰੋਕ ਸਕੇ। ਉਹਨਾਂ ਦੇ ਆਤਮ ਸਨਮਾਨ ਨੂੰ ਗਹਿਰੀ ਠੇਸ ਪਹੁੰਚੀ ਸੀ, ਪਰ ਬੇਟੇ ਨੇ ਸਭ ਦਰਕਿਨਾਰ ਕਰ ਦਿੱਤਾ ਸੀ। ਨਵੀਂ ਆਈ ਬਹੂ ਹਰ ਰੋਜ਼ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਉਹਨਾਂ ਨੂੰ ਗਰੀਬ ਹੋਣ ਦਾ ਤਾਨਾ ਮਾਰ ਦਿੰਦੀ, ਪਰ ਆਕਾਸ਼ ਨੂੰ ਤਾਂ ਜਿਵੇਂ ਕੋਈ ਫਰਕ ਹੀ ਨਹੀਂ ਪੈਂਦਾ ਸੀ ਕਿਉਂਕਿ ਉਸ ਵਿੱਚ ਤਾਂ ਕੋਈ ਆਤਮ ਸਨਮਾਨ ਬਚਿਆ ਹੀ ਨਹੀਂ ਸੀ। ਉਹ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਚੁੱਕਿਆ ਸੀ। ਆਏ ਦਿਨ ਰੇਨੂ ਦੇ ਘਰ ਵਿੱਚੋਂ ਭਰ ਕੇ ਸਮਾਨ ਆਉਂਦਾ ਤੇ ਆਕਾਸ਼ ਫੁੱਲਿਆ ਨਹੀਂ ਸਮਾਉਂਦਾ ਸੀ। ਸ਼ਕੁੰਤਲਾ ਜੀ ਤੇ ਅਸ਼ੋਕ ਜੀ ਨੂੰ ਤਾਂ ਜਿਵੇਂ ਘਰ ਦਾ ਨੌਕਰ ਹੀ ਬਣਾ ਦਿੱਤਾ। ਆਪਣੇ ਹਾਈ ਪ੍ਰੋਫਾਈਲ ਸਹੇਲੀਆਂ ਦੇ ਸਾਹਮਣੇ ਉਹਨਾਂ ਨੂੰ ਨੀਚਾ ਦਿਖਾਉਂਦੀ, ਉਹਨਾਂ ਤੋਂ ਨੌਕਰਾਂ ਦੀ ਤਰ੍ਹਾਂ ਕੰਮ ਕਰਵਾਉਂਦੀ। ਦੋਨਾਂ ਦੀ ਉਮਰ 70 ਤੋਂ ਜ਼ਿਆਦਾ ਹੋ ਗਈ ਸੀ ਅਤੇ ਸਰੀਰ ਵਿੱਚ ਇੰਨੀ ਤਾਕਤ ਨਹੀਂ ਰਹੀ ਸੀ, ਪਰ ਉਸ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਬਸ ਉਹਨਾਂ ਉੱਤੇ ਹੁਕਮ ਚਲਾ ਕੇ ਖੁਦ ਮਹਾਰਾਣੀ ਬਣ ਕੇ ਰਹਿੰਦੀ। ਇੱਕ ਦਿਨ ਤਾਂ ਜਿਵੇਂ ਅਸਮਾਨ ਹੀ ਟੁੱਟ ਪਿਆ ਦੋਨਾਂ ਉੱਤੇ, ਜਦੋਂ ਇੱਕ ਗਲਾਸ ਟੁੱਟਣ ਨਾਲ ਬਹੂ ਨੇ ਘੂਰਦੇ ਹੋਏ ਕਿਹਾ ਕਿ ਇਹ ਕੱਚ ਦੇ ਗਲਾਸ ਕਿਵੇਂ ਟੁੱਟ ਗਏ, ਤੁਹਾਡੀ ਤਾਂ ਔਕਾਤ ਨਹੀਂ ਇੰਨੇ ਮਹਿੰਗੇ ਗਲਾਸ ਇਸਤੇਮਾਲ ਕਰਨ ਦੀ। ਮੇਰੇ ਘਰ ਵਿੱਚ ਆਏ ਆ ਤਾਂ ਤੋੜ ਦਿੱਤੇ। ਇੱਕ ਗਲਾਸ ਦੀ ਕੀਮਤ 500 ਰੁਪਈਏ ਆ, ਕੌਣ ਦੇਵੇਗਾ? ਬੋਲ ਬੁੱਢਗੇ, ਕੌਣ ਦੇਵੇਗਾ? ਕਹਿੰਦੇ ਹੋਏ ਰੇਨੂ ਨੇ ਸ਼ਕੁੰਤਲਾ ਜੀ ਦੇ ਵਾਲ ਕੱਸ ਕੇ ਫੜ ਲਏ ਤੇ ਅਸ਼ੋਕ ਜੀ ਛਡਾਉਣ ਲੱਗੇ। ਉਹਨਾਂ ਨੇ ਕਿਹਾ ਬੇਟਾ ਇਸ ਨੂੰ ਛੱਡ ਦੇ ਤੇ ਇਹ ਗਲਾਸ ਇਸ ਤੋਂ ਨਹੀਂ ਮੇਰੇ ਤੋਂ ਟੁੱਟੇ ਆ। ਰੇਨੂ ਇਹ ਸੁਣ ਕੇ ਹੋਰ ਵੀ ਚੀਕਣ ਲੱਗੀ ਕਿ ਅੱਛਾ ਤਾਂ ਇਹ ਬੁੱਢੇ ਨੇ ਤੋੜੇ ਆ, ਤਾਂ ਫਿਰ ਮੈਨੂੰ ਹੁਣ ਤੇਰੀ ਖਬਰ ਲੈਣੀ ਚਾਹੀਦੀ ਆ। ਰੇਨੂ ਨੇ ਨਾ ਆਸੇ ਦੇਖਿਆ ਨਾ ਪਾਸੇ, ਅਸ਼ੋਕ ਜੀ ਦੀ ਕਮਰ ਉੱਤੇ ਬਾਥਰੂਮ ਵਾਲਾ ਵਾਈਪਰ ਚੁੱਕ ਕੇ ਤੋੜ ਦਿੱਤਾ। ਸ਼ਕੁੰਤਲਾ ਜੀ ਨੇ ਕੱਸ ਕੇ ਵਾਈਪਰ ਫੜਿਆ ਤੇ ਕਹਿਣ ਲੱਗੀ ਬਹੂ ਕੁਝ ਤਾਂ ਸ਼ਰਮ ਕਰ, ਇਹ ਤੇਰਾ ਸਹੁਰਾ, ਮੇਰੇ ਸਾਹਮਣੇ ਤੂੰ ਇਹਨਾਂ ਨੂੰ ਕਿਵੇਂ ਮਾਰ ਸਕਦੀ ਆ? ਕੁਝ ਤਾਂ ਹੋਸ਼ ਸੰਭਾਲ। ਰੇਨੂ ਨੇ ਤਾੜੀ ਵਜਾਉਂਦੇ ਹੋਏ ਜ਼ੋਰ ਨਾਲ ਕਿਹਾ ਕਿ ਵਾਹ, ਇੱਕ ਨੂੰ ਕੁਝ ਕਹੋ ਤਾਂ ਦੂਜਾ ਬਚਾਉਣ ਆ ਜਾਂਦਾ। ਵਾਹ ਕੀ ਲੈਲਾ ਮਜਨੂ ਹੋ ਤੁਸੀਂ ਤਾਂ, ਇੰਨਾ ਪਿਆਰ। ਆਕਾਸ਼ ਜੀ ਤਾਂ ਮੈਨੂੰ ਪਿਆਰ ਨਹੀਂ ਕਰਦੇ, ਸ਼ਕੁੰਤਲਾ ਜੀ ਨੇ ਤੁਰੰਤ ਕਿਹਾ, ਕਿਉਂਕਿ ਉਹ ਤੈਨੂੰ ਨਹੀਂ ਤੇਰੇ ਪੈਸੇ ਨੂੰ ਪਿਆਰ ਕਰਦਾ। ਇਹ ਗੱਲ ਰੇਨੂ ਨੂੰ ਬਹੁਤ ਬੁਰੀ ਤਰ੍ਹਾਂ ਚੁੱਭ ਗਈ ਤੇ ਉਸਨੇ ਤੁਰੰਤ ਹੀ ਆਕਾਸ਼ ਨੂੰ ਫੋਨ ਕਰਕੇ ਆਫਿਸ ਤੋਂ ਘਰ ਬੁਲਾ ਲਿਆ। ਆਕਾਸ਼ ਨੇ ਘਰ ਆ ਕੇ ਪੁੱਛਿਆ ਕੀ ਹੋਇਆ ਤਾਂ ਰੇਨੂ ਨੇ ਕਿਹਾ ਕਿ ਸੁਣ ਲਓ ਤੇਰੀ ਮਾਂ ਕੀ ਕਹਿ ਰਹੀ ਆ ਕਿ ਤੂੰ ਮੈਨੂੰ ਨਹੀਂ ਮੇਰੇ ਪੈਸੇ ਨੂੰ ਪਿਆਰ ਕਰਦਾ। ਆਕਾਸ਼ ਇਹ ਸੁਣ ਕੇ ਸਿਰ ਫੜ ਕੇ ਬੈਠ ਗਿਆ ਤੇ ਆਪਣੀ ਮਾਂ ਨੂੰ ਬੋਲਿਆ ਕਿ ਮਾਂ
ਇਹ ਕੀ ਬਕਵਾਸ ਕੀਤਾ? ਤੁਸੀਂ ਕੀ ਬੋਲ ਕੇ ਉਸ ਦੇ ਕੰਨ ਭਰਨ ਦੀ ਕੋਸ਼ਿਸ਼ ਕਰ ਰਹੇ ਸੀ? ਚੈਨ ਨਾਲ 2 ਰੋਟੀਆਂ ਨਹੀਂ ਖਾ ਸਕਦੇ? ਕੀ ਤੁਸੀਂ ਜੋ ਹੁਣ ਮੇਰੀ ਜ਼ਿੰਦਗੀ 'ਚ ਜ਼ਹਿਰ ਘੋਲ ਰਹੇ ਹੋ? ਇਸ ਵਾਰ ਸ਼ਕੁੰਤਲਾ ਜੀ ਚੁੱਪ ਨਹੀਂ ਰਹੀ ਤੇ ਬੋਲ ਪਈ ਕਿ ਮੈਂ ਝੂਠ ਕਦੋਂ ਬੋਲਿਆ? ਸੱਚ ਤਾਂ ਇਹੀ ਆ ਬੋਲ ਕੇ ਵਿਆਹ ਤੋਂ ਪਹਿਲਾਂ ਤੂੰ ਸਾਨੂੰ ਉਸ ਦੇ ਪੈਸਿਆਂ ਦੇ ਬਾਰੇ ਵਿੱਚ ਨਹੀਂ ਕਿਹਾ ਸੀ? ਹੁਣ ਤੇਰੇ ਦਿਨ ਬਦਲ ਜਾਣਗੇ। ਇਹ ਸੁਣ ਕੇ ਆਕਾਸ਼ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਤੇ ਉਸਨੇ ਰੇਨੂ ਦੇ ਵੱਲ ਦੇਖਿਆ ਜੋ ਕਿ ਗੁੱਸੇ ਨਾਲ ਲਾਲ ਹੋ ਗਈ ਸੀ। ਆਕਾਸ਼ ਹਕਲਾਉਂਦੇ ਹੋਏ ਬੋਲਿਆ, ਰੇਨੂ, ਇਹ ਮੇਰੇ ਸ਼ਬਦ ਨਹੀਂ, ਇਹਨਾਂ ਦੇ ਸ਼ਬਦ ਆ। ਪਹਿਲਾਂ ਤਾਂ ਬੜਾ ਉਛਲਦੇ ਸੀ ਕਿ ਅਮੀਰ ਘਰਾਣੇ ਦੀ ਬਹੂ ਆ ਰਹੀ ਆ ਤੇ ਆਪਾਂ ਐਸ਼ ਕਰਾਂਗੇ ਤੇ ਤੂੰ ਅਜਿਹਾ ਨਹੀਂ ਹੋਣ ਦਿੱਤਾ, ਤਾਂ ਹੁਣ ਮੇਰੇ ਉੱਤੇ ਇਲਜ਼ਾਮ ਲਗਾ ਰਹੇ ਆ। ਆਕਾਸ਼ ਨੇ ਪੂਰੀ ਤਰ੍ਹਾਂ ਨਾਲ ਹਰ ਗੱਲ ਦਾ ਇਲਜ਼ਾਮ ਸ਼ਕੁੰਤਲਾ ਜੀ 'ਤੇ ਲਗਾ ਦਿੱਤਾ। ਆਪਣੀ ਸੋਚ ਦੀ ਪੋਲ ਖੁੱਲ੍ਹਦਾ ਦੇਖ ਉਹਨਾਂ ਦੋਹਾਂ ਨੂੰ ਅਪਰਾਧੀ ਬਣਾ ਦਿੱਤਾ ਤੇ ਉਹਨਾਂ ਦੋਨੋਂ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਰਹਿ ਗਏ। ਅਸ਼ੋਕ ਜੀ ਇਹ ਸਭ ਸੁਣ ਕੇ ਫਟ ਪਏ ਤੇ ਬੋਲੇ, ਗਲਤੀ ਹੋ ਗਈ, ਤੇਰੇ ਵਰਗਾ ਨਲਾਇਕ ਬੇਟਾ ਪੈਦਾ ਕਰ ਦਿੱਤਾ। ਇਸ ਤੋਂ ਤਾਂ ਅਸੀਂ ਬਿਨਾਂ ਔਲਾਦ ਹੀ ਚੰਗੇ ਸੀ। ਮੈਂ ਤਾਂ ਇਸ ਅਮੀਰਜ਼ਾਦੀ ਦੇ ਲਈ ਰਾਜੀ ਹੀ ਨਹੀਂ ਸੀ। ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਸਾਨੂੰ ਸਕੂਨ ਨਾਲ ਰਹਿਣ ਨਹੀਂ ਦੇਵੇਗੀ ਤੇ ਆਪਣੇ ਪੈਸੇ ਦੀ ਧੌਂਸ ਜਮਾਏਗੀ। ਤੇ ਦੇਖ ਲਾ, ਇਹ ਜਦੋਂ ਤੂੰ ਇਸ ਘਰ ਦੀ ਬਹੂ ਬਣ ਕੇ ਆਈ ਆ ਉਹੀ ਕਰਦੀ ਆ ਰਹੀ ਆ। ਇੱਕ ਗਲਾਸ ਟੁੱਟਿਆ ਤਾਂ ਸਾਨੂੰ ਕੀਮਤ ਦੱਸ ਰਹੀ ਆ। ਰੇਨੂ ਦਾ ਗੁੱਸਾ 7ਵੇਂ ਅਸਮਾਨ 'ਤੇ ਚਲਾ ਗਿਆ ਤੇ ਉਸਨੇ ਕਿਹਾ ਕਿ ਆਕਾਸ਼, ਆਪਣਾ ਭਲਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਹੁਣੇ ਦੇ ਹੁਣੇ ਇਸ ਘਰ 'ਚੋਂ ਕੱਢ ਦਿਓ। ਇਹ ਮੇਰੇ ਵਿਆਹ ਦੇ ਖਿਲਾਫ ਸੀ ਤਾਂ ਹੁਣ ਮੈਨੂੰ ਵੀ ਇਹਨਾਂ ਦੇ ਨਾਲ ਨਹੀਂ ਰਹਿਣਾ। ਆਕਾਸ਼ ਨੂੰ ਕੋਈ ਫਰਕ ਨਹੀਂ ਪਿਆ ਤੇ ਉਸਨੇ ਤੁਰੰਤ ਕਿਹਾ ਕਿ ਪਾਪਾ, ਇਸੇ ਵਕਤ ਨਿਕਲ ਜਾਓ। ਜੇ ਖੁਦ ਨਹੀਂ ਜਾਓਗੇ ਤਾਂ ਮੈਂ ਕੱਢ ਦੇਵਾਂਗਾ। ਮੇਰੇ ਘਰ ਦੇ ਵਿੱਚ ਅੱਗ ਤਾਂ ਲਗਾ ਹੀ ਦਿੱਤੀ ਆ ਝੂਠ ਬੋਲ ਕੇ, ਤੇ ਹੁਣ ਮੈਂ ਤਮਾਸ਼ਾ ਨਹੀਂ ਦੇਖਣ ਦੇਵਾਂਗਾ। ਹੁਣ ਨਿਕਲ ਜਾਓ ਇੱਥੋਂ। ਇਹ ਕਹਿ ਕੇ ਆਕਾਸ਼ ਨੇ ਆਪਣਾ ਸਮਾਨ ਬੰਨ੍ਹਿਆ ਤੇ ਉਹਨਾਂ ਨੂੰ ਜ਼ਬਰਦਸਤੀ ਧੱਕੇ ਮਾਰ ਕੇ ਰਾਤ ਦੇ ਹਨੇਰੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਦੋਨੋਂ ਰੋਂਦੇ ਰਹਿ ਗਏ ਕਿ ਬੇਟਾ, ਤੈਨੂੰ ਇਸ ਦਿਨ ਦੇ ਲਈ ਅਸੀਂ ਪਾਲ ਪੋਸ ਕੇ ਵੱਡਾ ਕੀਤਾ ਸੀ ਕਿ ਤੂੰ ਇਸ ਦੇ ਚੱਕਰ 'ਚ ਸਾਨੂੰ ਬੇਘਰ ਕਰ ਦੇਵੇਂ। ਜਿਸ ਘਰ ਵਿੱਚੋਂ ਤੂੰ ਸਾਨੂੰ ਕੱਢ ਰਿਹਾ ਉਸ ਵਿੱਚ ਮੈਂ ਵੀ ਆਪਣੇ ਪੈਸੇ ਲਗਾਏ ਆ। ਇਸ ਉੱਤੇ ਆਕਾਸ਼ ਨੇ ਕਿਹਾ ਕਿ ਜੇ ਤੁਸੀਂ ਇਸ ਘਰ ਉੱਤੇ ਪੈਸੇ ਲਗਾਏ ਆ ਤਾਂ ਮੈਨੂੰ ਅਹਿਸਾਨ ਦਿਖਾ ਰਹੇ ਹੋ। ਸ਼ਰਮ ਨਹੀਂ ਆਉਂਦੀ ਤੁਹਾਨੂੰ ਕਿ ਇਸ ਬੁਢਾਪੇ 'ਚ ਇਸ ਘਰ ਨੂੰ ਕਿੱਥੇ ਲੈ ਕੇ ਜਾਓਗੇ? ਹੁਣ ਬਾਕੀ ਦੀ ਜ਼ਿੰਦਗੀ ਗੁਜ਼ਾਰ ਲੈਣਾ ਕਿਤੇ ਹੋਰ, ਤੇ ਇੱਥੇ ਸ਼ਕਲ ਵੀ ਨਾ ਦਿਖਾਉਣ ਆਇਓ। ਜੇ ਕਿਤੇ ਮਿਲ ਗਏ ਤਾਂ ਮੈਂ ਪਹਿਚਾਣੂਗਾ ਵੀ ਨਹੀਂ। ਇਹ ਸ਼ਬਦ ਅਸ਼ੋਕ ਜੀ ਦੇ ਦਿਮਾਗ ਦੇ ਉੱਪਰ ਹਥੌੜੇ ਦੀ ਤਰ੍ਹਾਂ ਵੱਜ ਰਹੇ ਸੀ ਜੋ ਉਹਨਾਂ ਦੇ ਹੰਝੂ ਸੁੱਕਣ ਨਹੀਂ ਦੇ ਰਹੇ ਸੀ। ਕੜਾਕੇ ਦੀ ਠੰਡ ਤੇ ਬੇਹਿਸਾਬ ਪੈਣ ਵਾਲੇ ਕੋਰੇ ਦੇ ਦਿਨਾਂ ਵਿੱਚ ਉਹ ਇੱਕ ਦੂਜੇ ਦਾ ਹੱਥ ਫੜ ਕੇ ਚੱਲਦੇ ਜਾ ਰਹੇ ਸੀ। ਹਥੇਲੀਆਂ ਵਿੱਚ ਗਰਮਾਹਟ ਦਾ ਅਹਿਸਾਸ ਹੋ ਰਿਹਾ ਸੀ ਅਤੇ ਜਿਸ ਕਾਰਨ ਦੋਨੋਂ ਚੱਲਦੇ ਚੱਲਦੇ ਇੱਕ ਪਾਰਕ ਦੇ ਬਾਹਰ ਵੱਡੀ ਸਾਰੀ ਬੈਂਚ 'ਤੇ ਬੈਠ ਗਏ। ਸਵੇਰ ਹੋਈ ਤੇ ਦੋਨੋਂ ਜਾਗ ਗਏ। ਲੋਕਾਂ ਦੀ ਆਵਾਜ਼ ਸੁਣ ਕੇ ਦੋਨੋਂ ਉੱਥੋਂ ਨਿਕਲ ਕੇ ਸੜਕ 'ਤੇ ਆ ਗਏ। ਕਿਸੇ ਨੂੰ ਤਰਪਾਲ ਲੱਗਿਆ ਦੇਖ ਅਸ਼ੋਕ ਜੀ ਨੇ ਉਹੀ ਸੁੱਝਿਆ ਤੇ ਉਹਨਾਂ ਨੇ ਕੋਲ ਪਏ ਥੋੜ੍ਹੇ ਜਿਹੇ ਪੈਸਿਆਂ ਨਾਲ ਤਰਪਾਲ ਖਰੀਦਿਆ। ਹੁਣ ਉੱਥੇ ਸੜਕ ਦਾ ਕਿਨਾਰਾ ਉਹਨਾਂ ਦਾ ਆਸ਼ੀਆਣਾ ਬਣ ਗਿਆ ਸੀ। ਪਰ ਥੋੜ੍ਹੇ ਸਮੇਂ ਬਾਅਦ ਸ਼ਕੁੰਤਲਾ ਜੀ ਬਿਮਾਰ ਰਹਿਣ ਲੱਗੀ। ਅਸ਼ੋਕ ਜੀ ਜਿੱਥੇ ਮੰਦਰ ਵਿੱਚ ਖਾਣਾ ਬਣਦਾ ਦੇਖਦੇ ਤਾਂ ਉੱਥੋਂ ਖਾਣਾ ਲੈ ਆਉਂਦੇ ਤੇ ਇਸ ਤਰ੍ਹਾਂ ਗੁਜ਼ਾਰਾ ਕਰ ਲੈਂਦੇ। ਇੱਕ ਦਿਨ ਕਿਸੇ ਨੇ ਭੀਖ ਦਿੱਤੀ ਤਾਂ ਉਹਨਾਂ ਨੇ ਮੰਗਣਾ ਸ਼ੁਰੂ ਕਰ ਦਿੱਤਾ। ਮਨ ਬਹੁਤ ਤੜਫਦਾ, ਪਰ ਉਹਨਾਂ ਨੂੰ ਸ਼ਕੁੰਤਲਾ ਜੀ ਦਾ ਵੀ ਖਿਆਲ ਰੱਖਣਾ ਸੀ। ਇਸੇ ਕਾਰਨ ਭੀਖ ਮੰਗਣ ਵਿੱਚ ਵੀ ਸ਼ਰਮਿੰਦਗੀ ਨਹੀਂ ਸੀ। ਸ਼ਕੁੰਤਲਾ ਜੀ ਇਸ ਤਰਪਾਲ ਦੇ ਹੇਠਾਂ ਹੀ ਆਪਣੀ ਜਾਨ ਗਵਾ ਗਈ, ਪਰ ਬੇਟਾ ਅੰਤਿਮ ਮੋਢਾ ਦੇਣ ਦੇ ਲਈ ਨਹੀਂ ਆਇਆ। ਉਹ ਸਭ ਕੁਝ ਇਸ ਤਰ੍ਹਾਂ ਯਾਦ ਆ ਰਿਹਾ ਸੀ ਜਿਵੇਂ ਕੱਲ੍ਹ ਦੀ ਗੱਲ ਹੋਵੇ। ਅਸ਼ੋਕ ਜੀ ਦੀਆਂ ਅੱਖਾਂ 'ਚ ਹੰਝੂ ਹੁਣ ਵੀ ਵਹਿ ਰਹੇ ਸੀ। ਮੁਸੀਬਤ ਘੱਟ ਨਹੀਂ ਸੀ ਤੇ ਜ਼ਿੰਦਗੀ ਨਾ ਜਾਣੇ ਕਿੰਨੀ ਲੰਬੀ ਸੀ। ਦਿਨ ਪਹਾੜ ਵਾਂਗੂ ਲੰਘਦਾ ਸੀ। ਅਸ਼ੋਕ ਜੀ ਅਚਾਨਕ ਹੀ ਖਿਆਲਾਂ ਤੋਂ ਬਾਹਰ ਆਏ। ਅੱਖ ਖੁੱਲ੍ਹੀ। ਉਹਨਾਂ ਦੀ ਪਤਨੀ ਦੇ ਜਾਣ ਦੇ 2 ਦਿਨ ਬਾਅਦ ਹੋਸ਼ ਆਇਆ ਤਾਂ ਦੇਖਿਆ ਕਿ ਉਹਨਾਂ ਦਾ ਬਾਕੀ ਸਮਾਨ ਤਾਂ ਇਸ ਮੀਂਹ ਦੇ ਪਾਣੀ ਨਾਲ ਵਹਿ ਗਿਆ ਤੇ ਸਮਾਨ ਦੇ ਨਾਮ ਉੱਤੇ ਥੋੜ੍ਹਾ ਜਿਹਾ ਰਸੋਈ ਦਾ ਸਮਾਨ ਸੀ, ਜਿਸ ਵਿੱਚ 1-2 ਬਰਤਨ ਤੇ ਇੱਕ ਚੁੱਲ੍ਹਾ ਸੀ। ਉਸ ਦੇ ਧੂੰਏਂ ਨਾਲ ਸ਼ਕੁੰਤਲਾ ਜੀ ਖੰਘਦੀ ਰਹਿੰਦੀ ਸੀ। ਕੁਝ ਕੱਪੜੇ ਤੇ ਇੱਕ ਟਰੰਕ ਸੀ। ਸ਼ੁਕਰ ਆ ਮੈਂ ਸ਼ਕੁੰਤਲਾ ਜੀ ਦੀ ਫੋਟੋ ਚੁੱਕ ਲਈ ਸੀ, ਇਹ ਤਾਂ ਭਿੱਜਣ ਤੋਂ ਬਚ ਗਈ। ਸੁਬਾਹ ਹੋ ਚੁੱਕੀ ਸੀ। ਅਸ਼ੋਕ ਜੀ ਦੇਖਦੇ ਹੀ ਸਮਾਨ ਚੁੱਕ ਕੇ ਨਿਕਲ ਪਏ ਤੇ ਨਾ ਅੱਖਾਂ ਨਾਲ ਆਪਣੀ ਆਸ਼ੀਆਨੇ ਦੇ ਵੱਲ ਦੇਖਣ ਲੱਗੇ। ਉਹਨਾਂ ਦਾ ਮਨ ਨਹੀਂ ਹੋ ਰਿਹਾ ਸੀ ਕਿ ਇਸ ਜਗ੍ਹਾ ਨੂੰ ਛੱਡ ਕੇ ਜਾਣ, ਕਿਉਂਕਿ ਉੱਥੇ ਸ਼ਕੁੰਤਲਾ ਜੀ ਨੇ ਉਹਨਾਂ ਦੀਆਂ ਬਾਹਾਂ 'ਚ ਦਮ ਤੋੜਿਆ ਸੀ। ਉਹਨਾਂ ਨੇ ਹੁਣ ਵੀ ਅਜਿਹਾ ਹੀ ਲੱਗ ਰਿਹਾ ਸੀ ਕਿ ਸ਼ਕੁੰਤਲਾ ਜੀ ਤਰਪਾਲ ਦੇ ਅੰਦਰ ਹੀ ਆ, ਪਰ ਜੇ ਉਹ ਉੱਥੇ ਰਹਿਣਗੇ
ਤਾਂ ਹਮੇਸ਼ਾ ਸ਼ਕੁੰਤਲਾ ਜੀ ਦੀ ਯਾਦ ਸਤਾਉਂਦੀ ਰਹੇਗੀ। ਇਸ ਲਈ ਥੋੜ੍ਹੀ ਦੇਰ ਬਾਅਦ ਉਹ ਉੱਥੋਂ ਨਿਕਲ ਕੇ ਕਿਤੇ ਹੋਰ ਚਲੇ ਗਏ। ਉਹਨਾਂ ਨੂੰ ਕੁਝ ਯਾਦ ਆਇਆ ਤੇ ਆਪਣਾ ਸਮਾਨ ਲੈ ਕੇ ਉੱਥੇ ਪਹੁੰਚ ਗਏ। ਇਹ ਇੱਕ ਕੋਰਟ ਦੇ ਬਾਹਰ ਦੀ ਜਗ੍ਹਾ ਸੀ, ਜਿੱਥੇ ਇੱਕ ਸਾਈਡ ਪੈਦਲ ਪਥ ਉੱਤੇ ਲੋਕ ਰਹਿੰਦੇ ਸੀ। ਅਸ਼ੋਕ ਜੀ ਨੂੰ ਖਾਲੀ ਜਗ੍ਹਾ ਮਿਲ ਗਈ। ਉਹਨਾਂ ਨੇ ਉੱਥੇ ਜਿਵੇਂ ਤਿਵੇਂ ਤਰਪਾਲ ਲਗਾਈ ਤੇ ਆਪਣੀ ਛੱਤ ਤਿਆਰ ਕਰ ਲਈ। ਇੱਥੇ ਬਹੁਤ ਲੋਕ ਆਉਂਦੇ ਜਾਂਦੇ ਸੀ ਤੇ ਖਾਣ ਪੀਣ ਦੀ ਦੁਕਾਨ ਵੀ ਸੀ। ਅਸ਼ੋਕ ਜੀ ਨੇ ਦੇਖ ਕੇ ਕੁਝ ਅਜਿਹਾ ਹੀ ਕਰਨ ਦੇ ਬਾਰੇ ਸੋਚਿਆ, ਪਰ ਡਰ ਸੀ ਕਿ ਕੋਈ ਇੱਥੋਂ ਹਟਾ ਨਾ ਦੇਵੇ। ਅਸ਼ੋਕ ਜੀ ਨੇ ਫਿਰ ਭੀਖ ਦੇ ਪੈਸੇ ਇਕੱਠੇ ਕੀਤੇ ਤੇ ਇੱਕ ਛੋਟਾ ਜਿਹਾ ਚਾਹ ਬਣਾਉਣ ਦਾ ਇੰਤਜ਼ਾਮ ਕਰ ਲਿਆ। ਪਹਿਲਾਂ ਤਾਂ ਸਾਰੇ ਪੈਸੇ ਸ਼ਕੁੰਤਲਾ ਜੀ ਦੀ ਬਿਮਾਰੀ ਉੱਤੇ ਹੀ ਖਰਚ ਹੋ ਜਾਂਦੇ ਸੀ, ਪਰ ਹੁਣ ਉਹਨਾਂ ਨੇ ਸਿਰਫ ਆਪਣੇ ਲਈ ਕਰਨਾ ਸੀ। ਪਹਿਲਾਂ ਤਾਂ ਉਹਨਾਂ ਦੀ ਬਣੀ ਹੋਈ ਚਾਹ ਕੋਈ ਨਹੀਂ ਪੀਂਦਾ ਸੀ, ਲੇਕਿਨ ਫਿਰ ਕੁਝ ਦਰਿਆਦਿਲ ਲੋਕ ਉਹਨਾਂ ਦੇ ਕੋਲ ਚਾਹ ਪੀਣ ਦੇ ਲਈ ਆਉਣ ਲੱਗੇ। ਘੱਟ ਤੋਂ ਘੱਟ ਹੁਣ ਚਾਹ ਪਾਣੀ ਦਾ ਖਰਚਾ ਨਿਕਲਣ ਲੱਗਿਆ ਅਤੇ ਭੀਖ ਮੰਗਣ ਦਾ ਕੰਮ ਬੰਦ ਹੋ ਗਿਆ। ਤਰਪਾਲ ਦੀ ਜਗ੍ਹਾ ਵਧੀਆ ਸ਼ੈੱਡ ਲਗਵਾ ਲਿਆ ਤੇ ਬੈਠਣ ਦੇ ਲਈ ਕੁਰਸੀਆਂ ਵੀ ਰੱਖ ਲਈਆਂ। ਵੱਧਦੀ ਆਮਦਨੀ ਨਾਲ ਉਹਨਾਂ ਵਿੱਚ ਕੰਮ ਕਰਨ ਦਾ ਜੋਸ਼ ਆ ਗਿਆ। ਤਾਂ ਇੱਕ ਦਿਨ ਕੋਰਟ ਵਿੱਚ ਗੇਟ ਦੇ ਬਾਹਰ ਤੋਂ ਆਵਾਜ਼ ਆਉਣ ਲੱਗੀ। ਭੀੜ ਇਕੱਠੀ ਹੋਣ ਲੱਗੀ, ਪਰ ਅਸ਼ੋਕ ਜੀ ਚਾਹ ਬਣਾਉਣ ਵਿੱਚ ਬਿਜੀ ਸੀ। ਤਾਂ ਉਹਨਾਂ ਨੇ ਦੇਖਣ ਦਾ ਮੌਕਾ ਹੀ ਨਹੀਂ ਮਿਲਿਆ ਕਿ ਮਾਜਰਾ ਕੀ ਆ। ਕੋਲ ਬੈਠੇ ਲੋਕ ਦੱਸ ਰਹੇ ਸੀ ਕਿ ਯਾਰ, ਅੱਜ ਕੱਲ੍ਹ ਦੇ ਵਿਆਹ ਕੁਝ ਟਾਈਮ ਬਾਅਦ ਤਮਾਸ਼ਾ ਬਣ ਜਾਂਦੇ ਆ। ਦੇਖੋ ਮੀਆਂ ਬੀਵੀ ਕਿਵੇਂ ਕੋਰਟ ਤੱਕ ਆ ਕੇ ਵੀ ਕੁੱਤੇ ਬਿੱਲੀਆਂ ਦੀ ਤਰ੍ਹਾਂ ਲੜ ਰਹੇ ਆ। ਕੀ ਪਤਾ ਕੌਣ ਆ, ਪਰ ਆਪਣਾ ਤਾਂ ਮਨੋਰੰਜਨ ਹੋ ਰਿਹਾ ਨਾ। ਹੁਣ ਦੋਨੋਂ ਮੁਕੱਦਮਾ ਕਰਨਗੇ ਤੇ ਇੱਕ ਦੂਜੇ ਉੱਤੇ, ਅਤੇ ਪਤਨੀ ਮਹਿਲਾ ਹੋਣ ਦੇ ਨਾਤੇ ਜਿੱਤ ਜਾਵੇਗੀ। ਵਿਚਾਰਾ ਆਦਮੀ। ਅਸ਼ੋਕ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹਨਾਂ ਗੱਲਾਂ ਦਾ ਮਤਲਬ ਕੀ ਆ। ਘਰ ਦਾ ਤਮਾਸ਼ਾ ਬਾਹਰ ਆ ਜਾਵੇ ਤਾਂ ਲੋਕ ਇਸ ਤਰ੍ਹਾਂ ਹੀ ਚਟਕਾਰੇ ਲੈਂਦੇ ਆ। ਨਾ ਜਾਣੇ ਕੌਣ ਵਿਚਾਰੇ ਪਰੇਸ਼ਾਨ ਹੋਣਗੇ। ਅਸ਼ੋਕ ਜੀ 1.5 ਘੰਟੇ ਬਾਅਦ ਕੰਮ ਖਤਮ ਕਰਕੇ ਆਰਾਮ ਨਾਲ ਬੈਠੇ ਹੀ ਸੀ, ਤਾਂ ਫਿਰ ਉਧਰ ਤੋਂ ਆਵਾਜ਼ ਆਉਣ ਲੱਗੀ। ਅਸ਼ੋਕ ਜੀ ਦੇਖਣ ਦੇ ਇਰਾਦੇ ਨਾਲ ਉੱਠ ਗਏ ਤੇ ਜਾ ਕੇ ਦੇਖਦੇ ਹੀ ਹੈਰਾਨ ਰਹਿ ਗਏ ਕਿ ਉਹਨਾਂ ਦੀਆਂ ਅੱਖਾਂ ਚੌੜੀਆਂ ਹੋ ਕੇ ਰਹਿ ਗਈਆਂ। ਉਹ ਭੀੜ ਵਿੱਚ ਲੁਕ ਕੇ ਦੇਖਣ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਉਹ ਕੋਈ ਹੋਰ ਨਹੀਂ ਬਲਕਿ ਉਹਨਾਂ ਦਾ ਬੇਟਾ ਬਹੂ ਹੀ ਸੀ। ਰੇਨੂ ਦਹਾੜਦੀ ਹੋਈ ਕਹਿ ਰਹੀ ਸੀ ਕਿ ਮੈਂ ਦੇਖ ਲਊਂਗੀ ਤੈਨੂੰ। ਆਪਣੇ ਲਾਲਚ ਵਿੱਚ ਮੈਨੂੰ ਫਸਾ ਕੇ ਮੇਰੇ ਨਾਲ ਵਿਆਹ ਕਰ ਲਿਆ। ਮੈਂ ਵੀ ਅੰਨੀ ਸੀ ਜੋ ਦੇਖ ਨਹੀਂ ਪਾਈ, ਅਤੇ ਅੱਜ ਤੱਕ ਮੇਰੇ ਘਰ ਵਾਲੇ ਤੇਰੇ ਵਰਗੇ ਭਿਖਾਰੀ ਨੂੰ ਪੈਸੇ ਦੇ ਰਹੇ ਸੀ, ਕਮਜ਼ੋਰ ਕਿਸੇ ਥਾਂ ਦਾ। ਸਾਰਾ ਦਿਨ ਘਰ 'ਚ ਬੈਠ ਕੇ ਮੁਫਤ ਦੀਆਂ ਰੋਟੀਆਂ ਤੋੜਦਾ। ਉਹਨਾਂ ਦੇ ਟੁਕੜਿਆਂ 'ਤੇ ਪਲਣ ਵਾਲਾ ਕੁੱਤਾ ਏ ਤੂੰ। ਜੋ ਆਪਣੇ ਮਾਂ-ਬਾਪ ਦਾ ਨਹੀਂ ਹੋ ਸਕਿਆ, ਉਹ ਮੇਰਾ ਕੀ ਹੋਵੇਗਾ। ਸਾਹਮਣੇ ਖੜਾ ਆਕਾਸ਼ ਉਸ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਸੀ ਕਿ ਇਸ ਤਰ੍ਹਾਂ ਸਭ ਦੇ ਸਾਹਮਣੇ ਮੂੰਹ ਸੰਭਾਲ ਕੇ ਗੱਲ ਕਰ, ਪਰ ਉਹ ਉਹੀ ਕੱਟ ਰਿਹਾ ਸੀ ਜੋ ਉਸਨੇ ਬੀਜਿਆ ਸੀ। ਜੇ ਉਸਨੇ ਰੇਨੂ ਨੂੰ ਪਹਿਲਾਂ ਹੀ ਸੰਭਾਲਿਆ ਹੁੰਦਾ ਤਾਂ ਆਪਣੇ ਮਾਂ-ਬਾਪ ਦੀ ਗੱਲ ਮੰਨੀ ਹੁੰਦੀ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਰੇਨੂ ਜਿੰਨਾ ਵੀ ਗਲਤ ਬੋਲ ਰਹੀ ਸੀ, ਪਰ ਅੱਜ ਉਹ ਸਹੀ ਸੀ। ਪਰ ਆਕਾਸ਼ ਹਮੇਸ਼ਾ ਗਲਤ ਸੀ। ਉਸਨੇ ਆਪਣੀ ਹੀ ਗਲਤੀਆਂ ਦੇ ਕਾਰਨ ਇਹ ਦਿਨ ਦੇਖਣੇ ਪੈ ਰਹੇ ਸੀ। ਰੇਨੂ ਸਭ ਦੇ ਸਾਹਮਣੇ ਉਸ ਦੀ ਬੇਇੱਜ਼ਤੀ ਕਰ ਰਹੀ ਸੀ ਤੇ ਆਕਾਸ਼ ਉਸ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਨਾਮ ਆਉਣ 'ਤੇ ਆਕਾਸ਼ ਨੇ ਉਸ ਨੂੰ ਕਿਹਾ ਕਿ ਚਲੋ ਬੈਠ ਕੇ ਗੱਲ ਕਰਦੇ ਹਾਂ। ਇੱਕ ਵਾਰ ਮੇਰੀ ਗੱਲ ਸੁਣ ਲਾ। ਬਾਰ-ਬਾਰ ਬੇਨਤੀ ਕਰਨ ਉੱਤੇ ਉਹ ਮੰਨ ਗਈ, ਪਰ ਉਸੇ ਵਕਤ ਕਿਸੇ ਦੁਕਾਨ ਵਿੱਚ ਜਗ੍ਹਾ ਨਹੀਂ ਸੀ। ਤਾਂ ਦੋਨੋਂ ਅਸ਼ੋਕ ਜੀ ਦੀ ਦੁਕਾਨ 'ਤੇ ਜਗ੍ਹਾ ਖਾਲੀ ਦੇਖ ਕੇ ਆ ਪਹੁੰਚੇ। ਅਸ਼ੋਕ ਜੀ ਰੁਕ ਕੇ ਦੂਰ ਖੜੇ ਦੇਖ ਰਹੇ ਸੀ, ਪਰ ਕੋਲ ਆਉਣ ਦੀ ਹਿੰਮਤ ਨਹੀਂ ਬਟੋਰ ਪਾ ਰਹੇ ਸੀ। ਤਾਂ ਉਹਨਾਂ ਦੀ ਦੁਕਾਨ ਵਿੱਚ ਕੁਝ ਹੋਰ ਲੋਕ ਵੀ ਆ ਕੇ ਚਾਹ ਪੀਣ ਆ ਗਏ ਤੇ ਅਸ਼ੋਕ ਜੀ ਨੂੰ ਲੱਭਣ ਲੱਗੇ। ਤਾਂ ਅਸ਼ੋਕ ਜੀ ਖੁਦ ਨੂੰ ਰੋਕ ਨਾ ਸਕੇ, ਕਿਉਂਕਿ ਇਹ ਉਹਨਾਂ ਦੀ ਆਮਦਨੀ ਦਾ ਸਵਾਲ ਸੀ ਤੇ ਉਹਨਾਂ ਨੇ ਕਦਮ ਆਪਣੇ ਆਪ ਹੀ ਉੱਪਰ ਵਧਾ ਲਏ। ਆਕਾਸ਼ ਨੇ ਪਿੱਛੇ ਬਿਨਾਂ ਦੇਖੇ ਆਵਾਜ਼ ਦੇ ਦਿੱਤੀ ਕਿ 2 ਕੱਪ ਚਾਹ ਇੱਧਰ ਵੀ ਦੇ ਦਿਓ। ਅਸ਼ੋਕ ਜੀ ਨੇ ਸੁਣ ਲਿਆ ਤੇ ਸਭ ਦੇ ਲਈ ਚਾਹ ਬਣਾਉਣ ਲੱਗੇ। ਆਕਾਸ਼ ਦੀਆਂ ਗੱਲਾਂ ਉਹਨਾਂ ਨੂੰ ਸੁਣਾਈ ਦੇ ਰਹੀਆਂ ਸੀ। ਆਕਾਸ਼ ਗਿੜਗਿੜਾਉਂਦੇ ਹੋਏ ਕਹਿ ਰਿਹਾ ਸੀ ਕਿ ਰੇਨੂ ਮਿਲ ਕੇ ਆਪਾਂ ਹੱਲ ਕੱਢਦੇ ਹਾਂ, ਕੋਈ ਨਾ ਕੋਈ ਕੰਮ ਜ਼ਰੂਰ ਮੈਂ ਕਰ ਲਊਂਗਾ, ਪਰ ਮੈਨੂੰ ਇਸ ਤਰ੍ਹਾਂ ਛੱਡ ਕੇ ਨਾ ਜਾ। ਇਹ ਕੋਰਟ ਕਚਹਿਰੀਆਂ ਦੇ ਚੱਕਰ 'ਚ ਆਪਣੀ ਤੇ ਬੱਚਿਆਂ ਦੀ ਜ਼ਿੰਦਗੀ ਖਰਾਬ ਹੋ ਜਾਵੇਗੀ। ਤਾਂ ਅਸ਼ੋਕ ਜੀ ਉੱਥੇ ਚਾਹ ਲੈ ਕੇ ਆ ਗਏ ਤੇ ਜਿਵੇਂ ਹੀ ਉਹਨਾਂ ਨੇ ਚਾਹ ਰੱਖੀ ਤਾਂ ਰੇਨੂ ਦੀ ਨਜ਼ਰ ਉਹਨਾਂ ਉੱਤੇ ਪੈ ਗਈ ਤੇ ਉਹਨਾਂ ਨੂੰ ਹੈਰਾਨੀ ਨਾਲ ਦੇਖਣ ਲੱਗੀ। ਉਸਨੇ ਆਪਣੇ ਸਹੁਰੇ ਨੂੰ ਪਹਿਚਾਣ ਲਿਆ। ਆਕਾਸ਼ ਨੇ ਦੇਖਿਆ ਕਿ ਰੇਨੂ ਦਾ ਧਿਆਨ ਉਸ ਦੀਆਂ ਗੱਲਾਂ ਉੱਤੇ ਨਾ ਹੋ ਕੇ ਕਿਤੇ ਹੋਰ ਆ, ਤਾਂ ਉਸਨੇ ਉੱਧਰ ਦੇਖਿਆ ਤਾਂ ਕੁਰਸੀ ਤੋਂ ਖੜਾ ਹੋ ਗਿਆ। ਪਾਪਾ ਤੁਸੀਂ? ਆਕਾਸ਼ ਨੇ ਚੌਂਕ ਕੇ ਕਿਹਾ। ਰੇਨੂ ਨੇ ਉੱਠਦੇ ਕਿਹਾ ਕਿ ਤੇਰੇ ਨਾਲੋਂ ਚੰਗਾ ਤਾਂ ਤੇਰਾ ਬਾਪ ਆ। ਆਕਾਸ਼ ਘੱਟ ਤੋਂ ਘੱਟ ਚਾਹ ਬਣਾ ਕੇ ਹੀ ਸਹੀ, ਪਰ ਉਹ ਕੰਮ ਤਾਂ ਕਰ ਰਿਹਾ। ਆਪਣੇ ਇਕਲੌਤੇ ਬੇਟੇ ਦੇ ਰਹਿਮੋ ਕਰਮ ਤੇ ਤਾਂ ਨਹੀਂ, ਮਿਹਨਤ ਦੀ ਕਮਾਈ ਕਰ ਰਿਹਾ। ਅਸ਼ੋਕ ਜੀ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਥੇ ਜਾਣ।
ਬੇਟਾ ਤਾਂ ਗਲਤ ਹੈ ਹੀ ਸੀ, ਪਰ ਅੱਜ ਰੇਨੂ ਸਹੀ ਸੀ। ਉਹਨਾਂ ਨੇ ਜੋ ਸਾਡੇ ਦੋਹਾਂ ਦੇ ਨਾਲ ਕੀਤਾ ਸੀ ਉਹ ਬਹੁਤ ਮਾੜਾ ਸੀ। ਉਸੇ ਦੇ ਕਾਰਨ ਉਹ ਇਹਨਾਂ ਹਾਲਾਤਾਂ ਵਿੱਚ ਪਹੁੰਚੇ ਸੀ। ਆਕਾਸ਼ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਹੁਣ ਕੀ ਕਰੇ। ਸਾਹਮਣੇ ਉਹੀ ਪਿਤਾ ਖੜਾ ਸੀ ਜਿਸ ਨੇ ਬੇਟੇ ਨੂੰ ਵਿਆਹ ਤੋਂ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਤੇ ਆਪਣੀਆਂ ਗੱਲਾਂ ਨਾਲ ਅਗਾਹ ਕਰ ਦਿੱਤਾ ਸੀ, ਪਰ ਪੈਸੇ ਨੂੰ ਅਹਿਮੀਅਤ ਦੇਣ ਵਾਲਾ ਆਕਾਸ਼ ਸਮਝਣ ਨੂੰ ਤਿਆਰ ਹੀ ਨਹੀਂ ਸੀ। ਰੇਨੂ ਆਪਣੇ ਸਹੁਰੇ ਨੂੰ ਦੇਖ ਕੇ ਕੁਰਸੀ ਤੋਂ ਉੱਠ ਕੇ ਖੜੀ ਹੋ ਗਈ ਤੇ ਨਜ਼ਰਾਂ ਝੁਕਾ ਲਈਆਂ ਤੇ ਆਕਾਸ਼ ਚੁੱਪ ਕਰਕੇ ਖੜਾ ਰਿਹਾ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਪਹਿਲਾਂ ਕਿਸ ਤੋਂ ਮਾफ़ੀ ਮੰਗੇ। ਰੇਨੂ ਨੇ ਕਿਹਾ, ਸੋਚ ਕੀ ਰਹੇ ਹੋ ਆਕਾਸ਼? ਮਾफ़ੀ ਮੰਗਣੀ ਆ ਤਾਂ ਆਪਣੇ ਪਿਤਾ ਤੋਂ ਮੰਗੋ, ਜਿਨ੍ਹਾਂ ਨੇ ਮੇਰੇ ਸਾਹਮਣੇ ਵੀ ਤੈਨੂੰ ਕਈ ਵਾਰ ਸਮਝਾਇਆ ਤੇ ਮਿਹਨਤ ਕਰਕੇ ਕਮਾਉਣ ਦੇ ਲਈ ਕਿਹਾ ਸੀ। ਉਸ ਸਮੇਂ ਤੂੰ ਟਾਲ ਦਿੰਦਾ ਸੀ ਤੇ ਮੈਂ ਵੀ ਉਹਨਾਂ ਦੇ ਖਿਲਾਫ ਸੀ ਜੋ ਤੇਰੀ ਗਲਤੀ ਦੇਖ ਨਹੀਂ ਪਾਉਂਦੀ ਸੀ। ਮੈਂ ਅਮੀਰ ਘਰ ਵਿੱਚੋਂ ਸੀ, ਪਰ ਨਿਕੰਮਾ ਪਤੀ ਮੈਨੂੰ ਕਦੇ ਮਨਜ਼ੂਰ ਨਹੀਂ ਸੀ। ਮੇਰੇ ਤੋਂ ਗਲਤੀ ਹੋ ਗਈ ਜੋ ਤੇਰੀ ਹਰ ਤਮੰਨਾ ਨੂੰ ਆਪਣੇ ਘਰ ਤੋਂ ਪੈਸੇ ਲਿਆ ਕੇ ਪੂਰਾ ਕਰਦੀ ਰਹੀ। ਜਾਣਦੀ ਨਹੀਂ ਸੀ ਕਿ ਸੰਤੁਸ਼ਟੀ ਤੇਰੇ ਕਮਾਉਣ ਨਾਲ ਹੀ ਹੋਵੇਗੀ। ਸਮਾਜ ਵਿੱਚ ਸਿਰ ਚੁੱਕ ਕੇ ਚੱਲਣਾ ਚਾਹੁੰਦੀ ਸੀ, ਪਰ ਤੇਰੀ ਪਤਨੀ ਬਣ ਕੇ ਮੇਰਾ ਸਿਰ ਝੁਕ ਗਿਆ, ਕਿਉਂਕਿ ਹੁਣ ਹਰ ਕੋਈ ਤੈਨੂੰ ਨਿਕੰਮਾ ਹੀ ਮੰਨਦਾ। ਪਤਨੀ ਦੇ ਪੈਸਿਆਂ ਉੱਤੇ ਐਸ਼ ਕਰਨ ਵਾਲਾ ਆਦਮੀ। ਰੇਨੂ ਦੇ ਸ਼ਬਦ ਹੋਰ ਵੀ ਤਿੱਖੇ ਹੋ ਰਹੇ ਸੀ ਜੋ ਆਕਾਸ਼ ਨੂੰ ਸਹਿਣ ਨਹੀਂ ਹੋ ਰਹੇ ਸੀ, ਪਰ ਹੁਣ ਕੋਈ ਚਾਰਾ ਵੀ ਨਹੀਂ ਸੀ। ਮਾਂ-ਬਾਪ ਤਾਂ ਪਹਿਲਾਂ ਹੀ ਦੂਰ ਹੋ ਗਏ ਸੀ, ਹੁਣ ਰੇਨੂ ਵੀ ਸਾਥ ਛੱਡ ਕੇ ਜਾ ਰਹੀ ਸੀ। ਪਰ ਉਸੇ ਸਮੇਂ ਰੇਨੂ ਦੀਆਂ ਗੱਲਾਂ ਦਾ ਉਸ ਉੱਤੇ ਅਸਰ ਹੋ ਗਿਆ ਤੇ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ। ਅਸ਼ੋਕ ਜੀ ਉੱਥੋਂ ਮੁੜੇ ਤਾਂ ਆਕਾਸ਼ ਨੇ ਝਾਟੀ ਉਹਨਾਂ ਦੇ ਪੈਰ ਫੜ ਲਏ। ਅਸ਼ੋਕ ਜੀ ਅਜਿਹਾ ਚਾਹੁੰਦੇ ਹੀ ਨਹੀਂ ਸੀ ਕਿ ਉਹਨਾਂ ਨੇ ਆਕਾਸ਼ ਨੂੰ ਝਟਕ ਦਿੱਤਾ ਤੇ ਅੱਗੇ ਵਧਣ ਲੱਗੇ। ਆਕਾਸ਼ ਨੇ ਕਿਹਾ, ਪਾਪਾ ਪਲੀਜ਼ ਮਾफ़ ਕਰ ਦਿਓ। ਇਹ ਸੁਣ ਕੇ ਅਸ਼ੋਕ ਜੀ ਨੇ ਕਿਹਾ ਕਿ ਤੇਰੀ ਮਾਂ ਤੇਰੇ ਹੀ ਕਾਰਨ ਇਸ ਦੁਨੀਆ ਤੋਂ ਚਲੀ ਗਈ ਆ। ਅੱਜ ਤਾਂ ਫਿਰ ਵੀ ਮੇਰੇ ਕੋਲ ਪੇਟ ਭਰਨ ਦੇ ਲਈ ਚਾਹ ਦੀ ਦੁਕਾਨ ਹੈਗੀ ਆ। ਕੱਲ੍ਹ ਤੱਕ ਭੀਖ ਮੰਗਦਾ ਸੀ ਮੈਂ। ਉਦੋਂ ਤੂੰ ਕਿੱਥੇ ਸੀ ਜਦੋਂ ਤੇਰੀ ਮਾਂ ਬਿਮਾਰ ਸੀ ਤੇ ਤੜਫ ਤੜਫ ਕੇ ਮਰ ਗਈ। ਮੇਰਾ ਘਰ ਉਜਾੜਨ ਵਾਲੇ ਦਾ ਘਰ ਭਲਾ ਕਿਵੇਂ ਬਸ ਪਾਵੇਗਾ? ਬਦਦੁਆਵਾਂ ਬੁਰੀ ਚੀਜ਼ ਹੁੰਦੀ ਆ ਬੇਟਾ, ਜੋ ਮੈਂ ਤੈਨੂੰ ਇੰਨਾ ਦੁਖੀ ਹੋ ਕੇ ਵੀ ਨਹੀਂ ਦਿੱਤੀਆਂ, ਪਰ ਉਸ ਪਰਮਾਤਮਾ ਨੂੰ ਜ਼ਰੂਰ ਬੁਰਾ ਲੱਗਦਾ ਤੇ ਫਿਰ ਉਹ ਸਭ ਹਿਸਾਬ ਕਰਦਾ। ਅਸ਼ੋਕ ਜੀ ਇਹ ਸਭ ਕਹਿੰਦੇ ਹੋਏ ਹੰਝੂ ਨਾ ਰੋਕ ਪਾਏ ਤੇ ਰੇਨੂ ਵੀ ਇਸ ਦਾ ਅਹਿਸਾਸ ਕਰ ਰਹੀ ਸੀ। ਰੇਨੂ ਤੁਰੰਤ ਅੱਗੇ ਵਧੀ ਤੇ ਮਾफ़ੀ ਮੰਗਣ ਲੱਗੀ ਕਿ ਪਾਪਾ ਜੀ, ਤੁਹਾਡੇ ਨਾਲ ਜੋ ਕੁਝ ਵੀ ਹੋਇਆ ਉਸ ਦੀ ਜ਼ਿੰਮੇਵਾਰ ਮੈਂ ਹੀ ਹਾਂ ਤੇ ਮੈਨੂੰ ਸਮਝ ਆ ਰਿਹਾ ਕਿ ਮੇਰੇ ਘਰ ਟੁੱਟਣ ਦਾ ਕਾਰਨ ਕੀ ਆ। ਤੁਹਾਨੂੰ ਦੁੱਖ ਦੇ ਕੇ ਭਲਾ ਅਸੀਂ ਕਿਵੇਂ ਸੁਖੀ ਰਹਿ ਸਕਦੇ ਹਾਂ? ਇਹ ਸਾਡੇ ਕਰਮਾਂ ਦਾ ਫਲ ਆ ਜੋ ਸਾਨੂੰ ਮਿਲ ਰਿਹਾ। ਅਸ਼ੋਕ ਜੀ ਨੇ ਕਿਹਾ, ਤੈਨੂੰ ਤਾਂ ਮੈਂ ਫਿਰ ਵੀ ਮਾफ़ ਕਰ ਸਕਦਾ, ਪਰ ਆਪਣੇ ਖੂਨ ਨੂੰ ਕਿਵੇਂ ਮਾफ़ ਕਰਾਂ ਜਿਸ ਨੂੰ ਮੈਂ ਖੁਦ ਸੰਸਕਾਰ ਦਿੱਤੇ ਸੀ ਤੇ ਉਸਨੇ ਮੇਰੀਆਂ ਧੱਜੀਆਂ ਉਡਾ ਦਿੱਤੀਆਂ। ਭਲਾ ਹੀ ਮੈਂ ਮਾफ़ ਕਰ ਦੇਵਾਂ, ਪਰ ਸ਼ਕੁੰਤਲਾ ਕਿਵੇਂ ਮਾफ़ ਕਰੇਗੀ? ਆਕਾਸ਼ ਦੇ ਹੰਝੂ ਲਗਾਤਾਰ ਵਹਿ ਰਹੇ ਸੀ ਤੇ ਆਕਾਸ਼ ਸਿਰ ਝੁਕਾ ਕੇ ਆਪਣੇ ਹੰਝੂ ਪੂੰਝ ਰਿਹਾ ਸੀ। ਅਸ਼ੋਕ ਜੀ ਨੇ ਕਿਹਾ, ਆਕਾਸ਼, ਉਸ ਦਿਨ ਆਪਣੀ ਮਾਂ ਨੂੰ ਮੋਢਾ ਦੇਣੀ ਆ ਜਾਂਦਾ ਤਾਂ ਵੀ ਮੈਂ ਤੈਨੂੰ ਮਾफ़ ਕਰ ਦਿੰਦਾ। ਉਹ ਵਿਚਾਰੀ ਬਿਮਾਰੀ ਨਾਲ ਤੜਫਦੀ ਹੋਈ ਮਰ ਗਈ, ਜਿਸ ਨੂੰ ਮੋਢਾ ਦੇਣ ਵਾਲਾ ਕੋਈ ਨਹੀਂ ਸੀ, ਜਿਸ ਦੇ ਅੰਤਿਮ ਸੰਸਕਾਰ ਦੇ ਲਈ ਵੀ ਮੈਨੂੰ ਭੀਖ ਮੰਗਣੀ ਪਈ। ਅਸ਼ੋਕ ਜੀ ਇਹ ਕਹਿੰਦੇ ਕਹਿੰਦੇ ਕੋਲ ਪਈ ਕੁਰਸੀ 'ਤੇ ਬੈਠ ਗਏ, ਕਿਉਂਕਿ ਇੰਨੇ ਦੁੱਖ ਨਾਲ ਪੈਰਾਂ 'ਚ ਤਾਕਤ ਹੀ ਖਤਮ ਹੋ ਗਈ ਸੀ ਤੇ ਉਹ ਜਵਾਬ ਦੇ ਰਹੇ ਸੀ। ਆਕਾਸ਼ ਨੇ ਆਪਣਾ ਸਿਰ ਉਹਨਾਂ ਦੇ ਕਦਮਾਂ 'ਚ ਰੱਖ ਦਿੱਤਾ ਤੇ ਬੇਤਹਾਸ਼ਾ ਰੋਣ ਲੱਗਿਆ ਅਤੇ ਉਸਨੇ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ, ਪਰ ਹੁਣ ਇੰਨਾ ਕੁਝ ਬੀਤ ਜਾਣ ਦੇ ਬਾਅਦ ਮਾफ़ੀ ਮਿਲਣਾ ਨਾਮੁਮਕਿਨ ਸੀ। ਅਸ਼ੋਕ ਜੀ ਨੇ ਕਿਹਾ ਕਿ ਮੈਂ ਤੇਰੇ ਲਈ ਹੁਣ ਕੁਝ ਨਹੀਂ ਕਰ ਸਕਦਾ। ਜੇ ਮੈਂ ਤੈਨੂੰ ਮਾफ़ ਕਰ ਦਿੱਤਾ ਤਾਂ ਮੇਰੀ ਉਮਰ ਦੇ ਲੋਕ ਜੋ ਮੇਰੀ ਤਰ੍ਹਾਂ ਦਰ-ਦਰ ਦੀਆਂ ਠੋਕਰਾਂ ਖਾ ਰਹੇ ਆ, ਉਹ ਮੈਨੂੰ ਕਦੇ ਮਾफ़ ਨਹੀਂ ਕਰਨਗੇ। ਹੁਣ ਮੈਂ ਤੈਨੂੰ ਕਦੇ ਮਾफ़ ਨਹੀਂ ਕਰ ਪਾਊਂਗਾ। ਆਕਾਸ਼ ਪਿਤਾ ਜੀ ਦੇ ਸਾਹਮਣੇ ਗਿੜਗਿੜਾਈ ਜਾ ਰਿਹਾ ਸੀ ਕਿ ਪਾਪਾ ਮੈਨੂੰ ਮਾਫ਼ ਕਰ ਦਿਓ, ਇਹ ਕੋਰਟ ਕਚਹਿਰੀਆਂ ਦੇ ਚੱਕਰ 'ਚ ਮੈਂ ਬਰਬਾਦ ਹੋ ਜਾਊਂਗਾ ਤੇ ਮੰਮੀ ਦੀ ਆਤਮਾ ਮੈਨੂੰ ਚੈਨ ਨਾਲ ਨਹੀਂ ਰਹਿਣ ਦੇ ਪਾਵੇਗੀ, ਪਰ ਮੈਂ ਹੁਣ ਤੁਹਾਨੂੰ ਇਕੱਲਾ ਨਹੀਂ ਛੱਡ ਸਕਦਾ। ਅਸ਼ੋਕ ਜੀ ਨੇ ਕਿਹਾ ਕਿ ਇਹ ਤਾਂ ਮੁਮਕਿਨ ਹੀ ਨਹੀਂ ਆ। ਮੈਂ ਤੇਰੇ ਨਾਲ ਜਾਊਂਗਾ। ਜੇ ਪ੍ਰਾਸ਼ਚਿਤ ਹੀ ਕਰਨਾ ਹੈ ਤਾਂ ਤੁਸੀਂ ਦੋਨੋਂ ਨਾਲ ਰਹੋ ਤੇ ਇਮਾਨਦਾਰੀ ਨਾਲ ਰਿਸ਼ਤਾ ਨਿਭਾਓ, ਨਾ ਕਿ ਝੂਠੇ ਪਿਆਰ ਤੇ ਪੈਸੇ ਦੇ ਦਿਖਾਵੇ ਦੇ ਚੱਕਰ ਵਿੱਚ ਰਹਿ ਕੇ ਰਿਸ਼ਤਾ ਬਣਾਓ। ਰੇਨੂ ਨੇ ਕਿਹਾ, ਹਰਗਿਜ਼ ਨਹੀਂ, ਮੈਂ ਹੁਣ ਇੱਕ ਪਲ ਵੀ ਨਹੀਂ ਰਹਿ ਸਕਦੀ। ਇਸ ਦੀ ਔਕਾਤ ਨਹੀਂ ਆ ਮੇਰੇ ਵਰਗੀ ਅਮੀਰ ਕੁੜੀ ਦੇ ਨਾਲ ਰਹਿਣ ਦੀ। ਮੈਨੂੰ ਹੁਣੇ ਤਲਾਕ ਚਾਹੀਦਾ। ਆਕਾਸ਼ ਉਸ ਦੇ ਸਾਹਮਣੇ ਰੋਇਆ, ਪਰ ਰੇਨੂ ਨਾ ਮੰਨੀ ਤੇ ਕੁਝ ਦਿਨਾਂ ਵਿੱਚ ਹੀ ਉਹਨਾਂ ਦੋਹਾਂ ਦਾ ਤਲਾਕ ਹੋ ਗਿਆ। ਵਿਆਹ ਤੋਂ ਪਹਿਲਾਂ ਆਕਾਸ਼ ਜੋ ਨੌਕਰੀ ਕਰ ਰਿਹਾ ਸੀ, ਉਹ ਤਾਂ ਕਦੋਂ ਦੀ ਰੇਨੂ ਦੇ ਪੇਕਿਆਂ ਨੇ ਛਡਵਾ ਦਿੱਤੀ ਸੀ ਤੇ ਉਹ ਘਰ ਵੀ ਰੇਨੂ ਹਰਜਾਨੇ ਦੇ ਰੂਪ ਵਿੱਚ ਮਿਲ ਗਿਆ ਸੀ। ਹੁਣ ਆਕਾਸ਼ ਦੇ ਕੋਲ ਦਰ-ਦਰ ਭਟਕਣ ਦੇ ਇਲਾਵਾ ਕੁਝ ਵੀ ਨਹੀਂ ਸੀ।
ਥੱਕ ਹਾਰ ਕੇ ਇੱਕ ਦਿਨ ਅਸ਼ੋਕ ਜੀ ਦੇ ਕਦਮਾਂ 'ਚ ਜਾ ਕੇ ਦਿਹਾੜਾ ਮਾਰ ਕੇ ਰੋਣ ਲੱਗਿਆ ਕਿ ਪਾਪਾ ਤੁਸੀਂ ਸਹੀ ਕਹਿੰਦੇ ਸੀ ਕਿ ਇੱਕ ਦਿਨ ਮੈਂ ਬਹੁਤ ਪਛਤਾਵਾਂਗਾ। ਪਲੀਜ਼ ਪਾਪਾ ਮੈਨੂੰ ਮਾफ़ ਕਰ ਦਿਓ ਤੇ ਆਸਰਾ ਦੇ ਦਿਓ, ਮੈਂ ਕਿੱਥੇ ਜਾਵਾਂ। ਅਸ਼ੋਕ ਜੀ ਮੰਨਣ ਵਾਲੇ ਕਿੱਥੇ ਸੀ। ਉਹ ਬੋਲੇ, ਹੁਣ ਮੈਨੂੰ ਵੀ ਸਕੂਨ ਚਾਹੀਦਾ ਬੇਟਾ, ਸ਼ਿਕਾਇਤ ਤਾਂ ਵੈਸੇ ਵੀ ਮੈਨੂੰ ਨਹੀਂ ਆ, ਤੂੰ ਜਾ ਇੱਥੋਂ, ਮੈਂ ਤੈਨੂੰ ਮਾफ़ ਨਹੀਂ ਕਰਨ ਵਾਲਾ। ਤੇ ਹਾਂ, ਕੱਲ੍ਹ ਨੂੰ ਜੇ ਮੈਂ ਮਰ ਗਿਆ ਤਾਂ ਵੀ ਮੇਰੀ ਵੀ ਅਰਥੀ ਨੂੰ ਹੱਥ ਲਾਉਣ ਨਾ ਆਵੀਂ। ਇੰਨਾ ਕਹਿ ਕੇ ਅਸ਼ੋਕ ਜੀ ਦੇ ਬੇਟੇ ਦੇ ਮੂੰਹ ਫੇਰ ਲਿਆ ਤੇ ਉਸ ਨੂੰ ਸਮਝ ਵਿੱਚ ਆ ਗਿਆ ਸੀ ਕਿ ਪੈਸਿਆਂ ਦੀ ਨੀਂਹ ਉੱਤੇ ਬਣੇ ਰਿਸ਼ਤੇ ਕਦੇ ਮਜ਼ਬੂਤ ਨਹੀਂ ਹੋ ਸਕਦੇ। ਆਕਾਸ਼ ਮਾफ़ੀ ਮੰਗਦੇ ਹੋਏ ਵਾਪਸ ਜਾ ਚੁੱਕਿਆ ਸੀ। ਅਸ਼ੋਕ ਜੀ ਦੀ ਜ਼ਿੰਦਗੀ 'ਚ ਥੋੜ੍ਹਾ ਸਕੂਨ ਤਾਂ ਸੀ, ਪਰ ਦਿਲ 'ਤੇ ਲੱਗੀ ਸੱਟ ਨੂੰ ਮਰਮ ਹਾਲੇ ਤੱਕ ਨਹੀਂ ਮਿਲਿਆ ਸੀ। ਜੋ ਮਰਮ ਸਕੁੰਤਲਾ ਜੀ ਦੇ ਕੋਲ ਹੀ ਚਲਾ ਗਿਆ ਸੀ। ਇਸੇ ਕਾਰਨ ਉਹਨਾਂ ਨੂੰ ਇਕੱਲਾ ਰਹਿਣਾ ਹੀ ਉਚਿਤ ਸਮਝਿਆ ਤੇ ਆਪਣੇ ਕੰਮ ਵਿੱਚ ਲੱਗ ਗਏ। ਉੱਥੇ ਆਕਾਸ਼ ਦਰ ਦੀਆਂ ਠੋਕਰਾਂ ਖਾਂਦਾ ਫਿਰ ਰਿਹਾ ਸੀ। ਕੱਲ੍ਹ ਉਸਨੇ ਪੈਸਿਆਂ ਦੇ ਲਾਲਚ ਵਿੱਚ ਆਪਣੇ ਮਾਤਾ ਪਿਤਾ ਨੂੰ ਛੱਡ ਦਿੱਤਾ ਸੀ ਤੇ ਅੱਜ ਇਸ ਪੈਸੇ ਵਾਲੀ ਪਤਨੀ ਨੇ ਉਸ ਨੂੰ ਛੱਡ ਦਿੱਤਾ ਸੀ। ਸੋ ਦੋਸਤੋ, ਪੈਸਾ ਹਰ ਚੀਜ਼ ਦਾ ਹੱਲ ਨਹੀਂ ਮੰਨਿਆ ਕਿ ਹਰ ਚੀਜ਼ ਦੇ ਲਈ ਪੈਸਾ ਚਾਹੀਦਾ, ਪਰ ਰਿਸ਼ਤੇ ਪ੍ਰੇਮ ਭਾਵ ਨਾਲ ਹੀ ਨਿਭਾਏ ਜਾਂਦੇ ਆ, ਜਿਸ ਨੂੰ ਖਰੀਦਿਆ ਨਹੀਂ ਜਾ ਸਕਦਾ। ਪਰ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਚੁੱਕਿਆ ਬੇਟਾ ਤੇ ਬਹੂ ਨੇ ਆਪਣੇ ਮਾਤਾ ਪਿਤਾ ਦਾ ਜੀਵਨ ਭਰ ਦਾ ਤਿਆਗ ਨਹੀਂ ਦੇਖਿਆ ਅਤੇ ਆਪਣੇ ਲਾਲਚ ਵਿੱਚ ਆ ਕੇ ਉਸਨੇ ਆਪਣੇ ਬੁੱਢੇ ਮਾਂ-ਬਾਪ ਨੂੰ ਆਪਣੀ ਪਤਨੀ ਦੇ ਕਹਿਣ ਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਤੇ ਹੁਣ ਉਹ ਸੁਖੀ ਕਿਵੇਂ ਰਹਿ ਸਕਦਾ ਸੀ। ਇਸ ਲਈ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਆ ਕਿ ਆਪਣੇ ਮਾਂ-ਬਾਪ ਦਾ ਕਦੇ ਵੀ ਤਿਆਗ ਨਹੀਂ ਕਰਨਾ ਚਾਹੀਦਾ। ਮਾਂ-ਬਾਪ ਦੀ ਸੇਵਾ ਹੀ ਰੱਬ ਦੀ ਸੇਵਾ ਹੁੰਦੀ ਆ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜ਼ਰੂਰ ਦੱਸਿਓ। ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ, ਤਦ ਤੱਕ ਸਤਿ ਸ਼੍ਰੀ ਅਕਾਲ।